सांभ सांभ रखे जो शरीर मिट्टी होना है, मिट्टी दे बाविया अखीर मिट्टी होना है। ਫਿਰੋਜ਼ਪੁਰ ਤੋਂ ਕੈਨੇਡਾ ਦਾ ਸਫ਼ਰ ਕਿਉਂ ਹੋਇਆ ਸ਼ੁਰੂ, ਕਿਸ ਤਰ੍ਹਾਂ ਹੋਇਆ ਔਰ ਫਿਰ ਕਿਸ ਤਰ੍ਹਾਂ ਉਹਨੇ ਰੁਖ ਬਦਲਿਆ? एक कहानी है 2011 ਦੀ। ਅੱਛਾ। ਮੇਰਾ ਇੱਕ ਸੌਂਗ ਮੈਂ ਲਾਈਵ ਕੁਝ ਗਾ ਕੇ ਫੇਸਬੁੱਕ ਤੇ ਪਾਇਆ ਹੋਇਆ ਸੀ। ਉਸ ਤੇ ਮੈਨੂੰ ਕਾਲ ਆਈ ਤੇ ਉਹ ਕਹਿੰਦੇ ਜੀ ਮੈਂ ਸੁਖਮਿੰਦਰ ਸਿੰਘ ਹੰਸਰਾ ਬੋਲ ਰਿਹਾ ਤੇ ਮੈਂ ਬਰੈਂਪਟਨ ਟੋਰਾਂਟੋ ਤੋਂ ਬੋਲ ਰਿਹਾ ਤੇ ਤੁਹਾਡਾ ਇੱਕ ਗਾਣਾ ਅਸਾਂ ਸੁਣਿਆ ਫੇਸਬੁੱਕ ਤੇ ਉਹ ਦਿਲ ਕਰਦਾ ਕਿ ਮੈਂ ਇੱਕ ਇੱਥੇ ਇਵੈਂਟ ਕਰਾਉਣਾ ਹੈ ਕੈਨੇਡਾ ਡੇ ਤੇ ਮੈਂ ਚਾਹੁੰਦਾ ਤੁਹਾਨੂੰ ਪਰਫਾਰਮ ਲਈ ਮੈਂ ਸੱਦਾਂ। ਤੇ ਉਹ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਸੱਦ ਲੈਣਾ। ਤੇ ਮੈਂ 2011 ਚ ਪਹਿਲੀ ਵਾਰੀ ਕੈਨੇਡਾ ਡੇ ਤੇ ਵੱਡੇ ਵੱਡੇ ਆਰਟਿਸਟਾਂ ਦੇ ਵਿੱਚ ਪਰਫਾਰਮ ਕੀਤਾ ਸੀ ਤੇ ਅਖੀਰਲੀ ਪਰਫਾਰਮੈਂਸ ਮੇਰੀ ਸੀ। ਤੇ ਉਹ ਵੱਡੇ ਵੱਡੇ ਆਰਟਿਸਟ ਕੌਣ ਸੀ? ਉਹਦੇ ਵਿੱਚ ਸੀਗਾ ਸੁਰਿੰਦਰ ਸ਼ਿੰਦਾ ਜੀ ਸੀਗੇ, ਮੁਹੰਮਦ ਇਰਸ਼ਾਦ ਸੀ, ਕਲੇਰ ਕੰਟ ਸੀ, ਹਰਪ੍ਰੀਤ ਢਿੱਲੋਂ ਸੀ, ਸਤਵਿੰਦਰ ਬਿੱਟੀ ਜੀ ਸੀਗੇ, ਹੋਰ ਵੀ ਕਈ ਕਲਾਕਾਰ ਸੀਗੇ। 2015 ਤੋਂ ਪਹਿਲੇ ਕੀ ਇਹ ਵਿਜ਼ਨ ਤੁਹਾਡਾ ਕਲੀਅਰ ਸੀਗਾ ਕਿ ਇਧਰਲੇ ਖੇਤਰ 'ਚ ਮੈਂ ਜਾਵਾਂਗਾ ਹੀ ਜਾਵਾਂਗਾ? ਹਾਂਜੀ ਇਸ ਤਰ੍ਹਾਂ ਸੀਗਾ, ਮੇਰੇ ਡੈਡ 2013 ਚ ਪੂਰੇ ਹੋ ਗਏ, ਉਹ ਸਾਨੂੰ ਛੱਡ ਕੇ ਚਲੇ ਗਏ। ਉਹਨਾਂ ਦਾ ਸੁਪਨਾ ਸੀ ਕਿ ਮੈਂ ਕਲਾਕਾਰ ਬਣਾ, ਮੈਂ ਮੂਸੀਕੀ ਨੂੰ ਅੱਗੇ ਲੈ ਕੇ ਜਾਵਾਂ। ਮੈਨੂੰ ਨਹੀਂ ਸੀ ਪਤਾ ਉਹਨਾਂ ਨੇ ਛੋਟੇ ਹੁੰਦਿਆਂ ਹੀ ਮੇਰੇ ਅੰਦਰ ਇਹ ਬੀਜ ਪੁਣਦਾ ਦੇਖ ਲਿਆ ਸੀ ਕਿ ਇਹਦੇ ਅੰਦਰ ਹੈਗੀ ਹੈ ਗੱਲ, ਇਹਨੂੰ ਕੱਢਿਆ ਜਾ ਸਕਦਾ। ਤਾਂ ਉਹ ਫਿਰ ਮੈਂ 8-9 ਸਾਲਾਂ ਦਾ ਸੀ ਜਦੋਂ ਉਹਦਾ ਮੈਂ ਸਾਡੇ ਸ਼ਹਿਰ 'ਚ ਜਿਹੜੇ ਉਸ ਵੇਲੇ ਪਾਲਮਲੂ ਵਾਲੀਆ ਜੀ, ਬੂਟਾ ਅਨਮੋਲ ਜਿਹੜੇ ਉਸ ਵੇਲੇ ਬਹੁਤ ਉਹਨਾਂ ਦੇ ਵੱਡੇ ਨਾਮ ਸੀ, ਉਹ ਸਾਡੇ ਸ਼ਹਿਰ 'ਚ ਉਹਨਾਂ ਦੀਆਂ ਮਿਊਜ਼ਿਕ ਅਕੈਡਮੀ ਸੀਗੀਆਂ, ਉਹ ਸਿਖਾਉਂਦੇ ਸੀ। ਤਾਂ ਮੈਂ ਉਹਨਾਂ ਕੋਲੋਂ ਸਿੱਖਦਾ ਰਿਹਾ, ਉਹ ਮੈਨੂੰ ਜਿੱਥੇ ਵੀ ਲੈ ਜਾਂਦੇ ਸੀ ਸਿੱਖਣ ਵਾਸਤੇ ਮੈਂ ਜਾਂਦਾ ਸੀ। ਜਿਸ ਤਰ੍ਹਾਂ ਮੈਂ ਵੱਡਾ ਹੋਇਆ ਤਾਂ ਮੇਰੇ ਫਾਦਰ ਸਾਹਿਬ ਡਿਊਟ ਸੌਂਗ ਬਹੁਤ ਸੁਣਦੇ ਸੀ, ਜਿੱਦਾਂ ਸਦੀਕ ਸਾਹਿਬ ਨੂੰ ਬਹੁਤ ਪਿਆਰ ਕਰਦੇ ਸੀ। ਤੇ ਉਹਨਾਂ ਦੀ ਇੱਛਾ ਇਹ ਸੀ ਕਿ ਮੇਰੇ ਪੁੱਤ ਦਾ ਜੇ ਉਸਤਾਦ ਹੋਏਗਾ ਤਾਂ ਸਦੀਕ ਸਾਹਿਬ ਵੀ ਹੋਣਗੇ, ਇਹ ਉਹਨਾਂ ਦੀ ਇੱਛਾ ਸੀ। ਤੇ ਉਹ ਕੋਸ਼ਿਸ਼ ਕਰਦੇ ਹੁੰਦੇ ਸੀ, ਮੈਨੂੰ ਕਹਿੰਦੇ ਕੁਝ ਤੁੰਬੀ ਨਾਲ ਮੈਨੂੰ ਸੁਣਾਇਆ ਕਰ ਕੁਛ ਨਾ। ਤੇ ਮੈਂ ਉਹਨਾਂ ਨੂੰ ਕੁਝ ਸੁਣਾਉਣਾ, ਉਹਨਾਂ ਨੇ ਮੈਨੂੰ ਤੁੰਬੀ ਲਿਆ ਕੇ ਦਿੱਤੀ। ਫਿਰ ਉਹਨਾਂ ਨੇ ਮੈਨੂੰ ਤੁੰਬੀ ਵਾਲੇ ਉਸਤਾਦ ਲੱਭ ਕੇ ਦਿੱਤੇ ਵੀ ਇਹਨਾਂ ਨੂੰ ਵੀ ਫਰਜ਼ੰਦ ਨੂੰ ਕੁਝ ਤੁੰਬੀ ਤੇ ਸਿਖਾਓ। ਚਲੋ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ। ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਮੈਨੂੰ ਸੰਗੀਤ ਦੀ ਜਿਹੜੀ ਸਮਝ ਪੈਂਦੀ ਗਈ। ਫਿਰ ਜਿਵੇਂ ਕਾਲਜ 'ਚ ਜਾਣ ਦਾ ਮੌਕਾ ਮਿਲਿਆ, ਸ਼ਾਇਰਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ, ਸੂਫੀ ਸੰਤਾਂ ਨੂੰ ਉਹਨਾਂ ਦੀਆਂ ਜੀਵਨੀਆਂ ਪੜ੍ਹਨ ਦਾ ਮੌਕਾ ਮਿਲਿਆ। ਸੋ ਮੈਂ ਇਹਨੂੰ ਤੁੰਬੀ ਕਹਾਂਗੀ। ਇਹ ਜੀ ਸਾਡੇ ਇਧਰਲੇ ਪੰਜਾਬ 'ਚ ਇਹਨੂੰ ਤੁੰਬਾ ਵੀ ਕਹਿੰਦੇ ਨੇ, ਇੱਕ ਤਾਰਾ ਵੀ ਕਹਿੰਦੇ ਨੇ। ਇਹਦੇ 3 ਤਾਰਾਂ ਪਾਈਆਂ ਹੋਈਆਂ ਨੇ। ਤੁਸੀਂ ਪਾਈਆਂ? ਨਹੀਂ ਮੈਂ ਨਹੀਂ ਪਾਈਆਂ, ਮਤਲਬ ਕਿ ਤੁਹਾਡੇ 3 ਜਿਹੜੀ ਤਾਰਾਂ ਮੇਰੇ ਉਸਤਾਦ ਹੁਣੀ 5 ਤਾਰਾ ਵੀ ਵਜਾਉਂਦੇ ਨੇ, 3 ਤਾਰਾ ਵੀ ਵਜਾਉਂਦੇ ਨੇ। ਤੇ ਚਲੋ ਖੈਰ ਉਹਨਾਂ ਨੂੰ ਸੁਣ ਕੇ ਮੈਂ ਟਰਾਈ ਕੀਤਾ ਤੇ ਅਸੀਂ ਜਦੋਂ ਵੀ ਮਿਲੇ ਆ ਮੈਂ ਉਹਨਾਂ ਤੋਂ ਹਮੇਸ਼ਾ ਸਿੱਖਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਹ ਮੈਨੂੰ ਉਧਰੋਂ ਵੀਡੀਓ ਬਣਾ ਕੇ ਭੇਜ ਕੇ ਕੁਝ ਬੋਲ ਕੇ ਦੱਸਦੇ ਰਹੇ ਕਿ ਬੇਟਾ ਇਹ ਅੱਗੇ ਇਸ ਤਰ੍ਹਾਂ ਲਾਉਣੇ ਨੇ, ਅੱਗੇ ਇਸ ਤਰ੍ਹਾਂ ਲੱਗਣੇ ਨੇ। ਬਸ ਉਹ ਇਸ ਤਰ੍ਹਾਂ ਹੀ ਬਸ ਤੁੰਬੀ ਤੋਂ ਤੁੰਬਾ ਹੋਇਆ, ਤੁੰਬੇ ਤੋਂ 1 ਤਾਰਾ, 1 ਤਾਰੇ ਤੋਂ 3 ਤਾਰਾ ਹੋ ਗਿਆ। ਉਹ ਸਮੇਂ ਦੇ ਨਾਲ ਹੁਣ 5 ਤਾਰਾ ਵੀ ਹੋ ਜਾਏਗਾ। ਔਰ 5 ਤਾਰੇ ਦੀ ਖਾਸੀਅਤ ਵਾਲੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਵੀ ਸਾਈਂ ਜ਼ਹੂਰ ਹੁਣਾਂ ਨੇ 40-50 ਸਾਲ ਜਿਹੜਾ ਤੁੰਬਾ ਵਜਾਇਆ ਹੈ ਨਾ, ਉਹ ਤੁੰਬਾ ਅੱਜ ਮੇਰੇ ਕੋਲ ਹੈ। ਸਾਈਂ ਉਹਨਾਂ ਨੇ ਉਹ ਮੈਨੂੰ ਦੇਤਾ ਹੈ। ਦੇਖੋ ਉਹਨਾਂ ਦੇ ਪੁੱਤਰਾਂ ਦੀ ਵਿਰਾਸਤ ਸੀ, ਉਹਨਾਂ ਨੇ ਮੈਨੂੰ ਵੀ ਆਪਣਾ 5ਵਾਂ ਪੁੱਤਰ ਮੰਨਿਆ ਹੋਇਆ। ਉਹ ਕਹਿੰਦੇ ਪੁੱਤਰ ਇਹਦਾ ਤੂੰ ਹੱਕਦਾਰ ਹੈ ਤੇ ਉਹ ਮੈਨੂੰ ਦੇਤਾ, ਉਹ ਮੇਰੇ ਕੋਲ ਹੈ। ਹੁਣ ਸਾਈਂ ਉਹਨਾਂ ਕੋਲੇ ਨਵਾਂ ਤੁੰਬਾ ਹੈ, ਪਰ ਜਿਹੜਾ 50 ਸਾਲ ਜਿਨ੍ਹਾਂ ਤੇ ਉਹਨਾਂ ਨੇ ਵਜਾਇਆ ਜਾਂ ਰਿਆਜ਼ ਕੀਤਾ, ਦੁਨੀਆ ਘੁੰਮੀ ਹੈ, ਉਹ ਤੁੰਬਾ ਮੇਰੇ ਕੋਲ ਹੈ। ਨਹੀਂ ਵੈਸੇ ਵੀ ਲੋਕ ਰੰਗ ਜਦੋਂ ਅਸੀਂ ਇਦਾਂ ਦੇ ਦੇਖਦੇ ਇਹ ਚੀਜ਼ਾਂ ਤੇ ਗਵਾਚ ਰਹੀਆਂ ਨੇ ਤੇ ਜਦੋਂ ਵੇਖਣ ਨੂੰ ਮਿਲਦੀਆਂ ਨੇ ਮੈਨੂੰ ਲੱਗਦਾ ਸੱਚੀ ਰੂਹ ਖਿੜ ਜਾਂਦੀ ਹੈ। ਇਹ ਚੀਜ਼ਾਂ ਨਾ ਜਿਸ ਤਰ੍ਹਾਂ ਇਹ ਘਰੋਂ ਹੀ ਮਿਲੀਆਂ ਨੇ, ਜਿੱਦਾਂ ਸਾਡੇ ਘਰ ਵੀ ਤੁਸੀਂ ਕਿਤੇ ਮੈਂ ਚਾਹੂੰਗਾ ਆਓ ਤੇ ਜਿਹੜੇ ਵੀ ਬੰਦੇ ਸਾਡੇ ਘਰ ਆਉਂਦੇ ਨੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਘਰ ਘੱਟ ਹੈ ਤੇ ਮਿਊਜ਼ੀਅਮ ਜ਼ਿਆਦਾ ਹੈ। ਅੱਜ ਵੀ ਅਸੀਂ ਸਾਰਾ ਕੁਝ ਪੁਰਾਣਾ ਹੀ ਰੱਖਿਆ ਹੋਇਆ ਜੀ। ਜਿਹੜਾ ਸਾਡੇ ਘਰ ਫਰਨੀਚਰ ਹੈ ਉਹ ਵੀ ਮੇਰੇ ਦਾਦੀ ਉਹਨਾਂ ਨੂੰ ਜਿਹੜਾ ਉਸ ਵੇਲੇ ਦਾਜ 'ਚ ਮਿਲਿਆ ਸੀ ਨਾ, ਉਹੀ ਰੱਖਿਆ ਹੋਇਆ ਸੀ ਤੇ ਅਸੀਂ ਉਹਨਾਂ ਨੂੰ ਪੂਰਾ ਟੇਕ ਕੇਅਰ ਕਰਕੇ ਪਾਲਿਸ਼ ਵਗੈਰਾ ਕਰਕੇ ਅਸੀਂ ਰੱਖਦੇ ਆ। ਤੇ ਜਦੋਂ ਵੀ ਮੈਨੂੰ ਕਿਤੋਂ ਕੁਝ ਪੁਰਾਣਾ ਲੱਭਦਾ ਆ ਅਸੀਂ ਮੈਂ ਉਹ ਲੈ ਕੇ ਆਉਣਾ ਤੇ ਫਿਰ ਮੋਸਟਲੀ ਸਾਡੇ ਘਰ 'ਚ ਸਭ ਕੁਝ ਪੁਰਾਣਾ ਹੀ ਹੈ। ਕੌਣ ਕੌਣ ਹੈ ਤੁਹਾਡੇ ਘਰ 'ਚ? ਹੁਣ ਪਾਪਾ ਚਲੇ ਗਏ ਆ, ਦਾਦੀ ਵੀ 4-5 ਮਹੀਨੇ ਹੋ ਗਏ ਉਹ ਵੀ ਚਲੇ ਗਏ। ਮੇਰੀ ਦਾਦੀ ਦਾ ਮੇਰੀ ਜ਼ਿੰਦਗੀ 'ਚ ਉਹ ਰੋਲ ਹੈ ਕਿ ਮਤਲਬ ਫਿਲਮ ਬਣ ਸਕਦੀ ਹੈ ਉਹਨਾਂ ਦੀ ਜੀਵਨੀ। ਦੱਸੋ ਮਾੜਾ ਜਿਹਾ ਸਾਨੂੰ। ਉਹ ਮੈਨੂੰ ਤੜਕੇ 4 ਵਜੇ ਉਠਾ ਦਿੰਦੇ ਹੁੰਦੇ ਸੀ ਵੀ ਪੁੱਤਰ ਪੜ੍ਹਨਾ ਹੈ, ਪੜ੍ਹ। ਕਈ ਵਾਰੀ ਮੇਰੀ ਮਮ ਨੇ ਗੁੱਸਾ ਕਰਨਾ, ਮਾਂ ਨੇ ਕਹਿਣਾ ਵੀ ਉਹਨੂੰ ਸੌਂ ਲੈਣ ਦੀ, ਬੀਜੀ ਤੂੰ ਤੜਕੇ ਉਠਾ ਲੈਂਦੀ। ਉਹਨੇ ਕਹਿਣਾ ਜੇ ਅੱਜ ਸੁੱਤਾ ਰਿਹਾ ਤੇ ਫਿਰ ਸਾਰੀ ਉਮਰ ਸੁੱਤਾ ਹੀ ਰਹੇਗਾ, ਇਹਨੂੰ ਕੁਝ ਬਣਾਉਣਾ ਆ।
4 ਵਜੇ ਉਠਾ ਦਿੰਦੇ ਸੀ, ਚਾਹੇ ਉਹਦੇ ਲਈ ਕਈ ਵਾਰੀ ਤਾਂ ਕਹਿੰਦੇ ਹੁੰਦੇ ਸੀ ਬੇਟੇ ਰਿਆਜ਼ ਕਰੋ, ਫਿਰ ਮੈਂ ਚਾਹ ਦਿੰਦੀ ਹਾਂ, ਪਹਿਲਾਂ ਰਿਆਜ਼ ਕਰ। ਤੇ ਮੈਂ ਰਿਆਜ਼ ਉਹਨਾਂ ਦੇ ਰਹਿਨੁਮਾਈ 'ਚ ਕੀਤਾ। ਤੇ ਮੈਂ ਤਾਂ ਇਹ ਕਹਿਣਾ ਚਾਹਾਂਗੀ ਤੁਸੀਂ ਬੜੇ ਖੁਸ਼ਕਿਸਮਤ ਹੋ ਕਿ ਇਹੋ ਜਿਹੇ ਘਰ ਦੇ ਵਿੱਚ ਤੁਹਾਡਾ ਜਨਮ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਪਰਵਰਿਸ਼ ਆ ਉਹ ਵੀ ਉਹਨਾਂ ਦੇ ਹੱਥਾਂ 'ਚ। ਅੱਜ ਮੈਂ ਚਾਹੁੰਦਾ ਸੀ ਮੇਰੀ ਦਾਦੀ ਹੁੰਦੀ ਤਾਂ ਉਹ 5-6 ਮਹੀਨੇ ਪਹਿਲਾਂ ਹੀ ਉਹ ਪੂਰੇ ਹੋਏ ਨੇ, ਤੇ ਮੈਂ ਉਹਨਾਂ ਲਈ ਇੱਕ ਗੀਤ ਵੀ ਰਿਕਾਰਡ ਕੀਤਾ ਸੀ ਕਿ ਜੁਗ ਜੁਗ ਜੀਵੇ ਦਾਦੀ ਅੰਮਾ ਲਾਡ ਲਡਾਵਣ ਵਾਲੀ, ਜੁਗ ਜੁਗ ਜੀਵੇ ਦਾਦੀ ਅੰਮਾ ਦੁੱਧ ਪਿਲਾਵਣ ਵਾਲੀ। ਕੀ ਬਾਤ। ਮੈਂ ਉਹਨਾਂ ਲਈ ਬੜਾ ਮੁਹੱਬਤ ਸੀ ਮੇਰੀ ਉਹਨਾਂ ਲਈ, ਤਾਂ ਉਹ ਮਤਲਬ ਜਦੋਂ ਵੀ ਹੁਣ ਮੈਂ ਘਰ ਜਾਂਦਾ ਉਹ ਜਗ੍ਹਾ ਖਾਲੀ ਮਿਲਦੀ ਹੈ ਨਾ, ਉਹ ਅਹਿਸਾਸ ਕਿਸੇ ਨੂੰ ਦੱਸ ਨਹੀਂ ਹੁੰਦਾ ਜੀ। ਤੇ ਹੁਣ ਪਾਕਿਸਤਾਨ ਤੋਂ ਸੁਨੇਹਾ ਆਇਆ ਤੁਹਾਨੂੰ ਕਿ ਅਸੀਂ ਟੂਰ ਲਾਉਣ ਜਾ ਰਹੇ ਹਾਂ। ਹਾਂਜੀ, ਇਹ ਬੜੀ ਵੱਡਾ ਸੁਭਾਗ ਹੈ, ਕਹਿ ਲਓ ਕਿ ਭਾਗਾਂ ਵਾਲਾ ਟਾਈਮ ਹੈ ਕਿ ਤੁਹਾਨੂੰ ਜਦੋਂ ਤੁਹਾਡਾ ਉਸਤਾਦ ਕਵੇ ਕਿ ਪੁੱਤਰ ਸਾਡੇ ਨਾਲ ਚੱਲ। ਉਹਨਾਂ ਦਾ ਕੈਨੇਡਾ ਟੂਰ ਹੈ, ਓਵਰਆਲ ਕੈਨੇਡਾ ਉਹਨਾਂ ਦੇ ਸ਼ੋਅ ਨੇ, ਤੇ ਉਹਨਾਂ ਨੇ ਕਿਹਾ ਵੀ ਮੇਰਾ ਫਰਜ਼ੰਦ ਵੀ ਮੇਰੇ ਨਾਲ ਪਰਫਾਰਮ ਕਰੇਗਾ, ਤੇ ਇਸ ਵਾਰੀ ਉਹਨਾਂ ਦੇ ਨਾਲ ਮੈਂ ਪੂਰਾ ਪਰਫਾਰਮ ਕਰ ਰਿਹਾ। ਤੇ ਸਾਡੇ ਨਾਲ ਉਸਤਾਦ ਸਾਈਂ ਜ਼ਹੂਰ, ਉਹਨਾਂ ਦੇ ਬੇਟੇ ਸ਼ਰਾਫਤ ਸਾਈਂ, ਤੇ ਨਾਲ ਅਸੀਂ ਹੋਵਾਂਗੇ। ਕਦੀ ਏਦਾਂ ਵੀ ਹੋਇਆ ਵੀ ਫਰਜ਼ੰਦ ਤੋਂ ਕਿਸੇ ਨੇ ਕਿਹਾ ਵੀ ਲੈ ਬੜੇ ਆਏ ਬੜੇ ਗਏ ਬੜੇ ਸੁਣੇ ਆ, ਕੋਈ ਕੁਝ ਨਹੀਂ ਬਣਦਾ, ਇਦਾਂ ਕੰਮ ਕਰੋ, ਪੈਸੇ ਕਮਾਓ? ਤੁਹਾਡੀ ਗੱਲ ਬੜੀ ਵਧੀਆ ਹੈ, ਔਰ ਇਹ ਸਾਰੀ ਗੱਲ ਜਿਹੜੀ ਹੈ ਹੋਰ ਵੀ ਜਿਹੜੇ ਕੋਈ ਆਰਟਿਸਟ ਸੁਣਨਗੇ ਇੰਟਰਵਿਊ ਉਹਨਾਂ ਲਈ ਵੀ ਇਹ ਗੱਲ ਬੜੀ ਵਧੀਆ। ਜਦੋਂ ਅਸੀਂ ਕਿਤੇ ਮੈਂ ਇੰਡੀਆ ਵੀ ਸੂਫੀ ਟਰਾਈ ਕਰਦਾ ਸੀ, ਜਿਸ ਤਰ੍ਹਾਂ ਮੈਂ ਦੱਸਿਆ ਤੁੰਬੀ ਤੋਂ ਤੁੰਬਾ ਫਿਰ ਤਿੰਨ ਤਾਰਾ ਹੋਇਆ, ਤਾਂ ਟਰਾਈ ਕੀਤਾ ਮੈਂ, ਜਦੋਂ ਵੀ ਜਿੱਥੇ ਵੀ ਗਾਇਆ ਮੈਂ ਇਸ ਤਰ੍ਹਾਂ ਦਾ ਹੀ ਗਾਇਆ। ਤਾਂ ਕਈ ਲੋਕ ਕਹਿ ਦਿੰਦੇ ਸੀ ਯਾਰ ਅੱਜ ਕੱਲ ਜੋ ਚੱਲਦਾ ਹੈ ਨਾ ਉਹ ਟਰਾਈ ਕਰ, ਬੀਟ ਕਰੋ, ਇਹ ਟਰਾਈ ਕਰ ਜੋ ਅੱਜ ਕੱਲ ਚੱਲਦਾ। ਤੇ ਮੈਂ ਕਿਹਾ ਜੋ ਅੱਜ ਕੱਲ ਚੱਲਦਾ ਉਹ ਤਾਂ ਮੈਂ ਕਦੇ ਸੁਣਿਆ ਹੀ ਨਹੀਂ, ਈਵਨ ਆਈ ਡੋਂਟ ਨੋ ਵਾਟਸ ਗੋਇੰਗ ਔਨ, ਮੈਨੂੰ ਨਹੀਂ ਪਤਾ। ਪਰ ਇਹ ਜ਼ਰੂਰ ਹੈ ਕਿ ਤਾਣੀ ਉਲਝੀ ਜ਼ਰੂਰ ਹੈ, ਸੁਲਝਾਉਣੀ ਵੀ ਤਾਸੀ ਹੈ, ਵਿਗੜੀ ਹੈ ਤਸਵੀਰ ਭਾਵੇਂ ਬਣਾਉਣੀ ਵੀ ਤਾਸੀ ਹੈ। ਫਿਰ ਕੀ ਹੋਇਆ, ਜੋ ਚੱਲਦਾ ਅਸੀਂ ਜਿਹੜਾ ਕਰਨਾ ਅਸੀਂ ਕਰਨਾ, ਜਿਹਨੇ ਸਾਨੂੰ ਸੁਣਨਾ ਸੁਣ ਹੀ ਲੈਣਾ। ਬਹੁਤ ਅੱਛੀ। ਔਰ ਇਹ ਸੱਚਾ ਸੁਰ ਹੈ ਤਾਂ ਰਹਿਣਾ ਹੀ ਹੈ ਜੀ, ਜਿਹੜਾ ਚੱਲ ਰਿਹਾ ਉਹ ਆਇਆ ਤੇ ਚਲਾ ਗਿਆ, ਇਹ ਕਿੱਥੇ ਜਾਣਾ ਹੈ, ਇਹ ਇਦਾਂ ਹੀ ਨਾਲ ਜਾਏਗਾ ਸਾਡੇ। ਸੂਫੀ ਦੀ ਹਜੇ ਜਿਹੜੀ ਪਰਸੈਂਟੇਜ ਹੈ ਜਾਂ ਰੇਸ਼ੀਓ ਹੈ ਉਹ ਬੜੀ ਘੱਟ ਹੈ, ਤੇ ਸੁਣਨ ਵਾਲੀ ਦੀ ਉਹ ਤੋਂ ਵੀ ਘੱਟ ਹੈ। ਬਿਲਕੁਲ, ਮੈਂ ਕਹਿੰਦਾ ਕਿ ਸੂਫੀ 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 ਸਾਰੇ ਪਾਈ ਜਾਂਦੇ, ਰੌਲਾ ਪਤਾ ਕਿਸੇ ਨੂੰ ਨਾ ਸੂਫੀ ਚੀਜ਼ ਹੁੰਦੀ ਕੀ ਹੈ। ਕੀ ਬਾਤ। ਰਾਗੀਆਂ ਦਾ ਰਾਗ ਸੂਫੀ, ਸਾਜ਼ੀਆਂ ਦਾ ਸਾਜ਼ ਸੂਫੀ, ਗਾਉਣ ਵਾਲੜੇ ਦੀ ਆਵਾਜ਼ ਸੂਫੀ, ਲਾਉਂਦੀ ਡਾਡਾ ਜੀ ਹੈ, ਪਰ ਪਤਾ ਕਿਸੇ ਨੂੰ ਨਾ ਸੂਫੀ ਚੀਜ਼ ਹੁੰਦੀ ਕੀ। ਤੁਸੀਂ ਇੰਦੀ ਵੀਰੇ ਨਾਲ ਹੁਣ ਹਾਂਜੀ, ਉਹ ਵੀ ਬੜਾ ਉਹਨਾਂ ਦੇ ਫੈਮਿਲੀ ਮੈਂਬਰ ਬਣ ਗਏ ਹੋ ਤੁਸੀਂ। ਇੰਟਰਸਟਿੰਗ ਉਹ ਵੀ ਹੋਇਆ ਬਹੁਤ, ਜਿੱਦਾਂ ਕਹਿ ਲਓ ਕਿ ਪਰਮਾਤਮਾ ਨੇ ਕਈ ਵਾਰੀ ਤੁਹਾਨੂੰ ਕੋਈ ਚੀਜ਼ ਆਪ ਨੇੜੇ ਹੋ ਕੇ ਦੇਣੀ ਹੁੰਦੀ, ਉਹ ਇਸ ਤਰ੍ਹਾਂ ਹੀ ਹੋਇਆ। ਮੇਰਾ ਤਾਂ ਕੁਝ ਇਸ ਤਰ੍ਹਾਂ ਕਦੇ ਹੋਇਆ ਹੀ ਨਹੀਂ ਕਿ ਮੈਂ ਕਮਰਸ਼ੀਅਲ ਬਹੁਤ ਵੱਡੇ ਲੈਵਲ ਤੇ ਗਾਉਣਾ ਆ, ਜਾਂ ਮੈਂ ਕੋਈ ਵੱਡੇ ਗਾਣੇ ਰਿਕਾਰਡ ਕਰਨਾ। ਜਿਹੜੇ ਲੀਕ ਤੇ ਤੁਸੀਂ ਤੁਰੇ ਹੋਏ ਹੋ ਉਧਰ ਹੀ ਹੋ। ਉਹ ਚੀਜ਼ ਭੁੱਖ ਨਹੀਂ ਹੈਗੀ, ਇਹਦੇ ਲਈ ਪੈਸਾ ਭੁੱਖ ਨਹੀਂ ਹੈ। ਹੁਣ ਮੇਰੇ ਵਰਗਾ ਪਰਮਾਤਮਾ ਨੇ ਦਿੱਤਾ, ਕੈਨੇਡਾ ਰਹਿੰਦੇ ਆ, ਮੈਂ ਉੱਥੋਂ ਦਾ ਪਰਮਾਨੈਂਟ ਰੈਜ਼ੀਡੈਂਸ ਆ, ਤਕਰੀਬਨ ਸਾਡੀ 95% ਸਾਡੀ ਫੈਮਿਲੀ ਉੱਧਰ ਹੀ ਹੈ। ਤੇ ਪਰ ਮੇਰੇ ਵਰਗਾ ਉਧਰੋਂ ਵੀ ਭੱਜ ਆਉਂਦਾ ਵੀ ਬਸ ਵੀ ਠੀਕ ਹੈ ਯਾਰ, ਤੁੰਬਾ ਹੀ ਚਾਹੀਦਾ ਮੈਨੂੰ, ਤਾਂ ਹੋਰ ਕੁਝ ਨਹੀਂ ਚਾਹੀਦਾ। ਤਾਂ ਉਹ ਇਸ ਤਰ੍ਹਾਂ ਹੈ ਵੀ ਕਦੇ ਸੋਚਿਆ ਨਹੀਂ ਸੀ ਵੱਡਾ ਕੰਮ ਕਰਨ ਦੀ। ਇਹ ਪਰਮਾਤਮਾ ਨੇ ਜਦੋਂ ਕਿਤੇ ਇੰਦੀ ਹੋਣਾ ਨੂੰ ਮੇਰਾ ਕਿਤੇ ਤੁੰਬਾ ਵੀਡੀਓ ਕਿਤੇ ਮਿਲ ਗਿਆ, ਉਹਨਾਂ ਨੇ ਕਿਸੇ ਤਰੀਕੇ ਨਾਲ ਰਾਬਤਾ ਕਰ ਲਿਆ, ਔਰ ਉਹ ਬੜੇ ਵਧੀਆ ਨੇ। ਗੱਲ ਉਹ ਹੈ ਕਿ ਜਿਹੜਾ ਤੁਹਾਡਾ ਕੋਈ ਕਦਰ ਕਰੇ ਨਾ ਤੁਹਾਡੀ ਚੀਜ਼ ਦੀ। ਜਿਹੜੇ ਲੋਕ ਮੈਨੂੰ ਕਹਿੰਦੇ ਸੀ ਤੁੰਬਾ ਕਿੰਨੇ ਸੁਣਨਾ, ਵੀ ਕੋਈ ਹੋਰ ਚੀਜ਼ ਟਰਾਈ ਕਰ ਲਾ, ਉੱਥੇ ਮੈਨੂੰ ਇੰਦੀ ਵੀਰਾ ਉਹ ਮਿਲਿਆ ਕਿ ਜਿਹੜਾ ਕਹਿੰਦਾ ਵੀ ਫਰਜ਼ੰਦ ਤੁਹਾਡਾ ਤੁੰਬਾ ਹੀ ਦੁਨੀਆ 'ਚ ਵਜਾਉਣਾ ਹੈ। ਕੈਨੇਡਾ ਰਹਿ ਕੇ ਆਏ ਹੋ, ਬੜਾ ਔਖਾ ਚੰਗਾ ਟਾਈਮ ਵੀ ਹੰਡਾਇਆ ਹੈ ਤੁਸੀਂ, ਹੈ ਨਾ? ਪਰਦੇਸੀਆਂ ਲਈ ਕੁਝ ਸੁਣਾ ਦਿਓ। ਇਹ ਵੀ ਗੱਲ ਤੁਹਾਡੀ ਵਧੀਆ। ਪਰਦੇਸੀਆਂ ਦਾ ਤਾਂ ਇਹ ਹੈ ਵੀ ਕਹਾਣੀ ਜਿਹੜੀ ਪਰਦੇਸੀਆਂ ਦੀ ਔਖੀ ਹੈ। ਝੁੰਡੀ ਵਾਲੇ ਯਾਰ ਰਿਸ਼ਤੇਦਾਰ ਛੱਡੇ ਗਏ, ਹੁੰਦਾ ਵੀ ਨਹੀਂ ਫੋਨ, ਸਭ ਦਿਲੋਂ ਕੱਢੇ ਗਏ। ਅੱਖ ਨੇ ਕੈਨੇਡਾ ਜਾ ਕੇ, ਅੱਖ ਨੇ ਕੈਨੇਡਾ ਜਾ ਕੇ, ਅੱਖ ਨੇ ਕੈਨੇਡਾ ਜਾ ਕੇ ਕਿੱਥੇ ਗਏ ਆ ਲੋਕ। ਮੈਂ ਕਿਹਾ ਹੋਈਓ ਰਹਿ ਗਏ ਪੱਕੇ, ਲੈ ਲੈ ਵਤਨੀ ਜੋ ਸੁੱਖ, ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ। ਕਿੰਨੇ ਕੰਮ ਤੁਸੀਂ ਖੁਦ ਵੀ ਕੀਤੇ ਵੈਸੇ ਕੈਨੇਡਾ 'ਚ? ਇਹ ਵੀ ਕਹਾਣੀ ਬੜੀ ਲੰਬੀ ਹੈ। ਮੈਂ ਤਕਰੀਬਨ, ਮੈਨੂੰ ਨਹੀਂ ਲੱਗਦਾ ਮੈਂ ਕੋਈ ਕੰਮ ਛੱਡਿਆ ਹੋਵੇ। ਅੱਛਾ। ਹਾਂ, ਮੈਂ ਸਾਰੇ ਕੰਮ ਕੀਤੇ ਨੇ, ਚੰਗੇ ਮਾੜੇ, ਲੇਬਰ ਜੌਬ ਵੀ ਕੀਤੀ ਹੈ, ਸਟਰਗਲ ਕੀਤਾ ਹੈ, ਜਿੱਥੇ ਚੰਗਾ ਮਾੜਾ ਦੌਰ ਹੰਡਾਇਆ ਹੈ, ਜਿੱਥੇ ਧੁੱਪਾਂ ਵੀ ਸਹੀਆਂ ਨੇ, ਨੇਰੀਆਂ ਵੀ ਸਹੀਆਂ ਨੇ, ਸੁੱਖ ਵੀ ਸਿਆ, ਤੇ ਉੱਥੇ ਹੁਣ ਧਰਤੀ ਤੇ ਤੁਸੀਂ ਆਪਣਾ ਪਹਿਲਾ ਸ਼ੋਅ ਲਗਾਉਣ ਜਾ ਰਹੇ ਹੋ। ਨਹੀਂ, ਕੈਨੇਡਾ ਅਸੀਂ ਛੋਟਾ ਮੋਟਾ ਤਾਂ ਗਾਉਂਦੇ ਰਹੇ ਆ, ਪਰ ਜੇ ਮੈਂ ਕਹਾਂ ਕਿ ਪ੍ਰੋਫੈਸ਼ਨਲੀ ਇੱਕ ਟੂਰ ਕਰਨ ਜਾ ਰਹੇ ਆ, ਉਹ ਵੀ ਇੱਕ ਮੇਰੇ ਜਿਨ੍ਹਾਂ ਦੀ ਮੈਂ ਬਹੁਤ ਜ਼ਿਆਦਾ ਇੱਜ਼ਤ ਕਰਦਾ, ਉਸਤਾਦ ਸਾਈਂ ਜ਼ਹੂਰ ਹੋਣਾ ਦੇ ਨਾਲ, ਤਾਂ ਇਹ ਵੱਡੀ ਗੱਲ ਹੈ, ਵੱਡੇ ਭਾਗ ਨੇ। ਬਸ ਇਹਨੂੰ ਮੰਨਣਾ ਚਾਹੀਦਾ, ਜਿੰਨਾ ਵੀ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦੀ।
ਔਖੇ ਪੈਂਡੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ, ਦਰਦ ਜਿਗਰ ਸਖਤ ਸਜ਼ਾਵਾਂ ਇਸ਼ਕ ਦੀਆਂ। ਹਾਏ ਔਖੇ ਪੈਂਡੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ, ਦਰਦ ਜਿਗਰ ਸਖਤ ਸਜ਼ਾਵਾਂ ਇਸ਼ਕ ਦੀਆਂ। ਅੱਲਾ ਅੱਲਾਹੂ ਗਾਇਕੀ ਕਹਿੰਦੇ ਨੇ ਰੂਹ ਦੀ ਖੁਰਾਕ ਹੁੰਦੀ ਹੈ, ਲੇਕਿਨ ਜਿੱਥੇ ਗੱਲ ਸੂਫੀ ਗਾਇਕੀ ਦੀ ਆ ਜਾਂਦੀ ਹੈ ਉੱਥੇ ਮੈਨੂੰ ਲੱਗਦਾ ਹੈ ਰੂਹਾਨੀਅਤ ਭਰਾ ਮਾਹੌਲ ਜਾਂ ਰੂਹਾਨੀਅਤ ਨਾਲ ਰਿਸ਼ਤਾ ਆਪਣੇ ਆਪ ਜੁੜਦਾ ਜਾਂਦਾ ਹੈ। ਬਹੁਤ ਸਾਰੇ ਲੋਕੀ ਜਿਹੜੇ ਨੇ ਸੂਫੀ ਗਾਇਕੀ ਨੂੰ ਫੋਲੋ ਵੀ ਕਰਦੇ ਨੇ, ਬੜੇ ਸਾਰੇ ਲੋਕ ਸੁਣਨਾ ਵੀ ਪਸੰਦ ਕਰਦੇ ਨੇ ਤੇ ਕੁਝ ਲੋਕ ਆਪਣੀ ਪੂਰੀ ਜ਼ਿੰਦਗੀ ਸੂਫੀ ਗਾਇਕੀ ਨੂੰ ਹੀ ਦੇ ਦਿੰਦੇ ਨੇ, ਸੂਫੀ ਗਾਇਕੀ ਦੇ ਹਵਾਲੇ ਕਰ ਦਿੰਦੇ ਨੇ। ਸੋ ਇਹੋ ਜਿਹੀ ਅੱਜ ਇੱਕ ਕਲਾਕਾਰ ਸਾਡੇ ਨਾਲ ਮੌਜੂਦ ਨੇ। ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਤੋਂ ਉੱਠੇ, ਕਿਸ ਤਰ੍ਹਾਂ ਉਹਨਾਂ ਨੂੰ ਵਿਦੇਸ਼ ਜਾਣਾ ਪਿਆ, ਫਿਰ ਕਿਸ ਤਰ੍ਹਾਂ ਵਿਦੇਸ਼ ਜਾਣ ਤੋਂ ਬਾਅਦ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਤੇ ਉਹ ਸੂਫੀ ਗਾਇਕੀ ਵੱਲ ਆ ਗਏ। ਸੋ ਇਹ ਜਰਨੀ ਮੈਨੂੰ ਬੜੀ ਇੰਟਰਸਟਿੰਗ ਲੱਗ ਰਹੀ ਹੈ ਐਂਡ ਆਈ ਐਮ ਸ਼ੋਰ ਕਿ ਤੁਸੀਂ ਵੀ ਬੜੀ ਇੰਜੋਏ ਕਰਨ ਵਾਲੇ ਹੋ ਅੱਜ ਦੀ ਇਸ ਖਾਸ ਇੰਟਰਵਿਊ ਨੂੰ। ਸੋ ਉਸ ਦੇ ਲਈ ਮੈਂ ਸਵਾਗਤ ਕਰਨਾ ਚਾਹਾਂਗੀ ਸੁਰਾਂ ਦੇ ਫਰਜ਼ੰਦ ਕਹਿ ਲਈਏ ਜਾਂ ਸੂਫੀ ਗਾਇਕੀ ਦੇ ਫਰਜ਼ੰਦ ਕਹਿ ਲਈਏ, ਮਤਲਬ ਫਰਜ਼ੰਦ ਤੇ ਫਰਜ਼ੰਦ ਹੀ ਨੇ। ਸੋ ਬਿਲਕੁਲ ਕਿਸ ਤਰ੍ਹਾਂ ਨਾਮ ਪਿਆ ਇਹ ਵੀ ਸਾਰਾ ਕੁਝ ਜਾਣਾਂਗੇ। ਸੋ ਸਤਿ ਸ਼੍ਰੀ ਅਕਾਲ ਫਰਜ਼ੰਦ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਬੜਾ ਚੰਗਾ ਲੱਗਿਆ, ਤੁਸੀਂ ਇੰਨਾ ਵਧੀਆ ਬੋਲ ਰਹੇ ਆ। ਇਹਨਾਂ ਸਾਰੀਆਂ ਗੱਲਾਂ ਵਿੱਚ ਮੈਂ ਇੱਕੋ ਹੀ ਗੱਲ ਕਹਿਣੀ ਹੈ ਜੀ ਕਿ ਮੈਂ ਗੂੰਗਾ ਹਾਲੇ ਦੱਸਾਂ ਕਿ ਅਜੇ ਦੱਸਣ ਜੋਗੀ ਬਾਤ ਨਹੀਂ, ਅਜੇ ਝੋਲੀ ਮੇਰੀ ਖਾਲੀ ਹੈ, ਸੁਰ ਸ਼ਬਦਾਂ ਦੀ ਸੌਗਾਤ ਨਹੀਂ, ਪਰ ਮਾਲਿਕ ਦੇ ਕਰ ਘਾਟਾ ਕਿ ਉਸ ਘਰ ਵਿੱਚ ਕਿਹੜੀ ਦਾਤ ਨਹੀਂ, ਕਿਸ ਜੀਤ ਤੇ ਉਸ ਦੀ ਮਿਹਰ ਨਹੀਂ, ਕਿਸ ਬੂਟੇ ਲਈ ਬਰਸਾਤ ਨਹੀਂ, ਅਜੇ ਸਜਦੇ ਵਿੱਚ ਮੈਂ ਬੈਠਾ ਹਾਂ, ਸਿਰ ਝੁਕਣ ਦੀ ਔਕਾਤ ਨਹੀਂ, ਸਿਰ ਝੁਕਣ ਦੀ ਔਕਾਤ ਨਹੀਂ। ਬਹੁਤ ਬਹੁਤ ਖੂਬ ਸ਼ੁਰੂਆਤ ਤੁਸੀਂ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਬਹੁਤ ਘੱਟ ਜਿਹਾ ਹੁੰਦਾ ਹੈ। ਸ਼ੁਕਰੀਆ ਜੀ। ਕਿ ਨਹੀਂ, ਯੂਜੂਅਲੀ ਮੈਂ ਇਹੀ ਦੇਖਦੀ ਹਾਂ ਵੀ ਮੈਂ ਜਦੋਂ ਕੁਝ ਬੋਲਦੀ ਆ ਤੇ ਅਗਲਾ ਇਨਸਾਨ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੈ ਜਾਂ ਹੈ ਨਾ ਹਾਲ ਚਾਲ ਪੁੱਛਿਆ ਜਾਂਦਾ ਹੈ, ਲੇਕਿਨ ਤੁਹਾਡੀ ਸ਼ੁਰੂਆਤ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਡੈਡੀਕੇਸ਼ਨ ਜਿਹੜੀ ਹੈ ਉਹ ਸੂਫੀਆਨਾ ਇੱਕ ਸੂਫੀਆਨਾ ਕਹਿ ਲਓ ਬਈ ਸ਼ਬਦਾਵਲੀ ਕਹਿ ਲਓ ਜਾਂ ਸ਼ੇਰੋ ਸ਼ਾਇਰੀ ਕਹਿ ਲਓ ਜਾਂ ਕੁਝ ਵੀ ਕਹਿ ਲਓ, ਮੈਨੂੰ ਲੱਗਦਾ ਕਿ ਤੁਸੀਂ ਪੂਰੀ ਤਰ੍ਹਾਂ ਡੈਡੀਕੇਟਿਡ ਹੋ ਚੁੱਕੇ ਹੋ। ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਕੋਈ ਵੀ ਕੰਮ ਬਿਨਾਂ ਡੈਡੀਕੇਸ਼ਨ ਦੇ ਨਹੀਂ ਹੁੰਦਾ, ਪਰ ਉਹ ਡੈਡੀਕੇਸ਼ਨ ਵੀ ਤਾਂ ਹੀ ਹੁੰਦੀ ਹੈ ਜੇ ਤੁਹਾਡੇ ਤੇ ਇਲਾਹੀ ਕਿਰਪਾ ਹੋਵੇ ਨਾ। ਤੇ ਇਹ ਫਿਰ ਬਸ ਤੁਰ ਦਰਗਾਹ ਦੀ ਗੱਲ ਹੈ। ਜਿਹੜਾ ਸੰਗੀਤ ਹੈ ਇਹ ਨਾ ਤਾਂ ਸਿਖਾਇਆ ਆਉਂਦਾ ਹੈ ਨਾ ਹੀ ਸਿੱਖਿਆ ਆਉਂਦਾ ਹੈ, ਇਹ ਤਾਂ ਜੇ ਤੁਹਾਨੂੰ ਪਰਮਾਤਮਾ ਦੇ ਕੇ ਤੋਰੇ ਤਾਂ ਫਿਰ ਗੱਲ ਬਣਦੀ ਹੈ। ਤੇ ਜੇ ਕੋਈ ਉਸਤਾਦ ਫਰਜ਼ੰਦ ਹੀ ਮੰਨ ਲੇ ਕਿਸੇ ਨੂੰ ਆਪਣਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਉਸ ਤੋਂ ਵੱਡੀ ਕੋਈ ਗੱਲ ਹੀ ਨਹੀਂ ਹੁੰਦੀ। ਸੋ ਮੈਨੂੰ ਇਹ ਦੱਸੋ, ਤੁਸੀਂ ਫਿਰੋਜ਼ਪੁਰ ਤੋਂ ਉੱਠੇ ਹੋ ਜੀ, ਬੜੇ ਨੌਜਵਾਨ ਸਾਡੇ ਪੰਜਾਬ ਦੇ ਇਹੋ ਜਿਹੇ ਨੇ ਜਿਹੜੇ ਚਾਹੁੰਦੇ ਨੇ ਵੀ ਸਾਨੂੰ ਬਾਹਰਲੇ ਮੁਲਕ 'ਚ ਜਾਣ ਦਾ ਮੌਕਾ ਮਿਲੇ, ਜ਼ਿੰਦਗੀ ਸਵਰ ਜੂਗੀ, ਫਾਈਨੈਂਸ਼ੀਅਲ ਕੰਡੀਸ਼ਨ ਅੱਛੀ ਹੋ ਜੂਗੀ। ਸੋ ਪਹਿਲੇ ਤੇ ਮੈਨੂੰ ਉਹ ਦੱਸੋ ਵੀ ਫਿਰੋਜ਼ਪੁਰ ਤੋਂ ਕੈਨੇਡਾ ਦਾ ਸਫ਼ਰ ਕਿਉਂ ਹੋਇਆ ਸ਼ੁਰੂ, ਕਿਸ ਤਰ੍ਹਾਂ ਹੋਇਆ ਔਰ ਫਿਰ ਕਿਸ ਤਰ੍ਹਾਂ ਉਹਨੇ ਰੁਖ ਬਦਲਿਆ? ਇਹ ਕਹਾਣੀ ਹੈ 2011 ਦੀ। ਅੱਛਾ। ਮੇਰਾ ਇੱਕ ਸੌਂਗ ਮੈਂ ਲਾਈਵ ਕੁਝ ਗਾ ਕੇ ਫੇਸਬੁੱਕ ਤੇ ਪਾਇਆ ਹੋਇਆ ਸੀ। ਉਸ ਵੇਲੇ ਮੈਨੂੰ ਫੇਸਬੁੱਕ ਇੰਨਾ ਯੂਜ਼ ਵੀ ਨਹੀਂ ਕਰਨਾ ਆਉਂਦਾ ਸੀ, ਪਰ ਉਸ ਵੇਲੇ ਟ੍ਰੈਂਡ ਜਿਹਾ ਸ਼ੁਰੂ ਹੀ ਹੋਇਆ ਸੀ। ਤਾਂ ਮੈਨੂੰ ਫੇਸਬੁੱਕ ਤੇ ਮੈਸੇਜ ਆਇਆ ਉਹ ਮੇਰਾ ਸੌਂਗ ਦੇਖ ਕੇ ਕਿ ਆਰ ਯੂ ਇੰਟਰਸਟਿਡ ਇਨ ਕੈਨੇਡਾ। ਅੱਛਾ। ਤਾਂ ਮੈਨੂੰ ਲੱਗਿਆ ਵੀ ਇਹ ਕੌਣ ਹੋ ਸਕਦੇ ਨੇ ਜਿਹੜਾ ਮੈਨੂੰ ਇਸ ਤਰ੍ਹਾਂ ਪੁੱਛ ਰਹੇ ਨੇ। ਤੇ ਕਈ ਦਿਨ ਤਾਂ ਮੈਂ ਉਹਨਾਂ ਦਾ ਰਿਪਲਾਈ ਨਾ ਕੀਤਾ ਕਿਉਂਕਿ ਘਰਾਂ ਦੇ ਵਿੱਚ ਇੰਟਰਨੈਟ ਨਹੀਂ ਹੁੰਦਾ ਸੀ, ਫੋਨ ਵੀ ਛੋਟੇ ਹੁੰਦੇ ਸੀ। ਕਿਤੇ ਮੈਨੂੰ ਅਚਾਨਕ ਕਾਲਜ ਦੇ ਕੈਫੇ 'ਚ ਬੈਠਣ ਦਾ ਮੌਕਾ ਮਿਲ ਗਿਆ ਤੇ ਮੈਂ ਉਹ ਆਪਣਾ ਅਕਾਊਂਟ ਖੋਲ ਕੇ ਤੇ ਮੈਂ ਉਹਨਾਂ ਦਾ ਰਿਪਲਾਈ ਕੀਤਾ ਵੀ ਹਾਊ ਇਟ ਪੋਸੀਬਲ। ਤਾਂ ਉਹਨਾਂ ਨੇ ਅੱਗੋਂ ਫਿਰ ਮੈਂ ਜਦੋਂ ਦੁਬਾਰਾ ਉਹ ਚੈੱਕ ਕੀਤਾ ਕਿਤੇ ਮੈਸੇਜ ਆਇਆ ਹੋਇਆ ਸੀ ਕਿ ਸੈਂਡ ਯੂਅਰ ਨੰਬਰਸ ਤੇ ਮੈਂ ਤੁਹਾਨੂੰ ਕਾਲ ਕਰਾਂਗਾ। ਉਹ ਮੈਂ ਇਸ ਤਰ੍ਹਾਂ ਨੰਬਰ ਛੱਡਿਆ ਤੇ ਮੈਨੂੰ ਕਾਲ ਆਈ ਤੇ ਉਹ ਕਹਿੰਦੇ ਜੀ ਮੈਂ ਸੁਖਮਿੰਦਰ ਸਿੰਘ ਹੰਸਰਾ ਬੋਲ ਰਿਹਾ ਤੇ ਮੈਂ ਬਰੈਂਪਟਨ ਟੋਰਾਂਟੋ ਤੋਂ ਬੋਲ ਰਿਹਾ ਤੇ ਤੁਹਾਡਾ ਇੱਕ ਗਾਣਾ ਅਸਾਂ ਸੁਣਿਆ ਫੇਸਬੁੱਕ ਤੇ ਉਹ ਦਿਲ ਕਰਦਾ ਕਿ ਮੈਂ ਇੱਕ ਇੱਥੇ ਇਵੈਂਟ ਕਰਾਉਣਾ ਹੈ ਕੈਨੇਡਾ ਡੇ ਤੇ ਮੈਂ ਚਾਹੁੰਦਾ ਤੁਹਾਨੂੰ ਪਰਫਾਰਮ ਲਈ ਮੈਂ ਸੱਦਾਂ। ਤੇ ਉਹ ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਸੱਦ ਲੈਣਾ। ਤੇ ਕਹਿੰਦੇ ਤੁਹਾਡੇ ਕੋਲ ਪਾਸਪੋਰਟ ਹੈਗਾ? ਤੇ ਮੇਰੇ ਮੂੰਹ ਨਿਕਲ ਗਿਆ ਹੈਗਾ। ਸੱਚੀ ਗੱਲ ਇਹ ਹੈ ਕਿ ਮੇਰੇ ਕੋਲ ਉਸ ਵੇਲੇ ਪਾਸਪੋਰਟ ਨਹੀਂ ਹੈਗਾ ਸੀ। ਉਹ ਪਤਾ ਨਹੀਂ ਪਰਮਾਤਮਾ ਨੇ ਹਾਂ ਕਢਾਤੀ, ਜੇ ਮੈਂ ਨਾ ਕਹਿ ਦਿੰਦਾ ਸ਼ਾਇਦ ਉਹ ਕੋਈ ਹੋਰ ਆਰਟਿਸਟ ਲੱਭ ਲੈਂਦੇ।
ਚਲੋ ਜੀ ਉਹ 3-4 ਮਹੀਨੇ ਦਾ ਵਕਫਾ ਹੈਗਾ ਸੀ। ਉਹ ਇਸ ਦੌਰਾਨ ਮੇਰੇ ਉਸਤਾਦ ਜੀ ਉਹ ਕਹਿੰਦੇ ਵੀ ਪਾਸਪੋਰਟ ਤਾਂ ਪੁੱਤਰ ਬਣਾ ਕੇ ਰੱਖ। ਮੈਂ ਜਿਨ੍ਹਾਂ ਕੋਲੇ ਸੰਗੀਤ ਦੀ ਤਾਲੀਮ ਲੈਂਦਾ ਸੀ ਪ੍ਰੋਫੈਸਰ ਹਰਪ੍ਰੀਤ, ਤਾਂ ਉਹ ਕਹਿੰਦੇ ਵੀ ਕਿਤੇ ਕੰਮ ਆਏਗਾ, ਚਲੋ ਉਹ ਤੁਹਾਨੂੰ ਬੁਲਾਉਣ ਨਾ ਬੁਲਾਉਣ। ਪਰ ਉਹ ਕੁਦਰਤਨ ਜਿਵੇਂ ਜਿਵੇਂ ਟਾਈਮ ਬੀਤਿਆ ਉਹਨਾਂ ਨਾਲ ਰਾਬਤੇ 'ਚ ਸੀਗਾ, ਪਾਸਪੋਰਟ ਬਣ ਕੇ ਆ ਗਿਆ। ਉਹਨਾਂ ਨੇ ਮੇਰਾ ਵੀਜ਼ਾ ਟਰਾਈ ਕੀਤਾ, ਵੀਜ਼ਾ ਲੱਗ ਗਿਆ, ਅਤੇ ਮੈਂ 2011 'ਚ ਪਹਿਲੀ ਵਾਰੀ ਕੈਨੇਡਾ ਡੇ 'ਤੇ ਵੱਡੇ ਵੱਡੇ ਆਰਟਿਸਟਾਂ ਦੇ ਵਿੱਚ ਪਰਫਾਰਮ ਕੀਤਾ ਸੀ, ਅਤੇ ਅਖੀਰਲੀ ਪਰਫਾਰਮੈਂਸ ਮੇਰੀ ਸੀ। ਤੇ ਉਹ ਵੱਡੇ ਵੱਡੇ ਆਰਟਿਸਟ ਕੌਣ ਸੀ? ਉਹਦੇ ਵਿੱਚ ਸੀਗਾ ਸੁਰਿੰਦਰ ਸ਼ਿੰਦਾ ਜੀ ਸੀਗੇ, ਮੁਹੰਮਦ ਇਰਸ਼ਾਦ ਸੀ, ਕਲੇਰ ਕੰਟ ਸੀ, ਹਰਪ੍ਰੀਤ ਢਿੱਲੋਂ ਸੀ, ਸਤਵਿੰਦਰ ਬਿੱਟੀ ਜੀ ਸੀਗੇ, ਹੋਰ ਵੀ ਕਈ ਕਲਾਕਾਰ ਸੀਗੇ। ਬਹੁਤ ਵੱਡਾ ਮੇਲਾ ਸੀ। ਹਾਂ, ਸੁਰਾਂ ਦੇ ਬਾਦਸ਼ਾਹ ਜਦੋਂ ਤੁਸੀਂ ਉੱਥੇ ਪਰਫਾਰਮ ਕੀਤਾ ਜੀ, ਤੇ ਫਰਜ਼ੰਦ ਕਿਤੇ ਨਾ ਕਿਤੇ ਉਹ ਦਿਲ ਦੇ ਵਿੱਚ ਇੱਕ ਡਰ, ਉਹ ਨਰਵਸਨੈਸ ਮਹਿਸੂਸ ਕਰ ਰਹੇ ਸੀ ਤੁਸੀਂ? ਮੈਨੂੰ ਲੱਗਦਾ ਮੈਨੂੰ ਡਰ ਤੇ ਨਰਵਸ ਮੈਂ ਕਦੇ ਵੀ ਨਹੀਂ ਹੋਇਆ। ਰੀਜ਼ਨ ਇਹ ਸੀ ਕਿ ਮੈਨੂੰ ਚਾਅ ਬਹੁਤ ਸੀ ਗਾਉਣ ਦਾ ਨਾ। ਅੱਛਾ, ਉਹ ਚਾਅ ਹਾਵੀ ਸੀ। ਹਾਂ, ਉਹ ਮਤਲਬ ਮੈਂ ਅੱਜ ਵੀ ਜਿੱਥੇ ਵੀ ਕਿਤੇ ਜਾਣਾ, ਮੈਂ ਬਹੁਤਾ ਜ਼ਿਆਦਾ ਕਦੇ ਪੜ੍ਹ ਕੇ ਨਹੀਂ ਗਾਉਂਦਾ। ਮੇਰੇ ਸਾਹਮਣੇ ਕੋਈ ਕਿਤਾਬ ਜਾਂ ਕਾਪੀ ਨਹੀਂ ਹੁੰਦੀ, ਤੇ ਬਸ ਜਦੋਂ ਨਫੀ ਤੁਹਾਡੀ ਲਿਵ ਲੱਗ ਜਾਂਦੀ ਹੈ, ਜਦੋਂ ਤੁਸੀਂ ਜੁੜ ਜਾਂਦੇ ਆ, ਫਿਰ ਚਾਹੇ ਸਾਰੀ ਰਾਤ ਮੈਨੂੰ ਤੁਸੀਂ ਸੁਣੀ ਜਾਓ ਮੇਰੀਆਂ ਗੱਲਾਂ ਜਾਂ ਮੇਰੀ ਸ਼ਾਇਰੀ ਜਾਂ ਗੀਤ, ਉਹ ਫਿਰ ਮੈਨੂੰ ਹੁੰਦਾ ਕਿ ਉਹ ਬਸ ਸੱਚਾ ਹੈ, ਅੰਦਰੋਂ ਹੈ ਜੀ। ਤੇ ਫਿਰ ਭਿੱਜ ਕੇ ਗਾਉਣਾ ਤਾਂ ਫਿਰ ਤੁਹਾਨੂੰ ਉੱਥੇ ਡਰ ਤੇ ਸੰਗ ਤਾਂ ਕੋਈ ਰਹਿੰਦੀ ਨਹੀਂ ਨਾ। ਬਿਲਕੁਲ ਬਿਲਕੁਲ। ਨਾਲੇ ਉਹੀ ਤੁਸੀਂ ਕਿਹਾ ਨਾ ਕਿ ਜਦੋਂ ਇਲਾਹੀ ਇਬਾਦਤ ਹੁੰਦੀ ਹੈ ਤੇ ਫਿਰ ਉਸ ਤੋਂ ਉੱਪਰ ਕੋਈ ਚੀਜ਼ ਹੀ ਨਹੀਂ ਰਹਿ ਜਾਂਦੀ। ਨਹੀਂ, ਮੈਨੂੰ ਇੱਕ ਗੱਲ ਦੱਸੋ ਵੀ ਹੌਲੀ ਹੌਲੀ ਇਨਸਾਨ ਆਪਣੇ ਆਪ ਨੂੰ ਗਰੂਮ ਕਰਦਾ ਹੈ ਜੀ, ਚੇਂਜ ਕਰਦਾ ਹੈ। ਮੈਂ ਦੋ ਚੀਜ਼ਾਂ ਬਾਰੇ ਜ਼ਰੂਰ ਪੁੱਛਣਾ ਚਾਹਾਂਗੀ। ਮੈਨੂੰ ਬੜੀ ਕਿਉਂਕਿ ਨਾ ਕਰਿਓਸਿਟੀ ਹੁੰਦੀ ਹੈ ਵੀ ਮੈਂ ਜਾਣਾ। ਫਿਰੋਜ਼ਪੁਰ ਅਸੀਂ ਜਾਣਦੇ ਹਾਂ ਵੀ ਇੱਕ ਬਹੁਤ ਹੀ ਮਤਲਬ ਬੈਕਵਰਡ ਜੇ ਉਹਦੇ ਚ ਆ ਜਾਂਦਾ ਹੈ। ਤੁਸੀਂ ਕਹਿ ਸਕਦੇ ਹੋ ਫਿਰੋਜ਼ਪੁਰ ਨੂੰ ਲੋਕ ਪਛੜਿਆ ਸਮਝਦੇ ਸੀ, ਖਾਸ ਕਰ ਜਦੋਂ ਤੁਸੀਂ 2011 ਦੀ ਗੱਲ ਕਰ ਰਹੇ ਹੋ, ਹੈ ਨਾ। ਹੁਣ ਤਾਂ ਡਿਵੈਲਪਿੰਗ ਹੈ ਤੇ ਉਸ ਟਾਈਮ ਦੇ ਵਿੱਚ ਕੀ ਤੁਹਾਡੀ ਬੋਲਬਾਣੀ ਇਹੀ ਸੀ ਜਾਂ ਇਹ ਠਹਿਰਾਵ ਔਰ ਇਹ ਸ਼ਬਦਾਵਲੀ ਦਾ ਹੇਰ-ਫੇਰ ਇਹ ਹੌਲੀ ਹੌਲੀ ਆਇਆ? ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਐਕਸਪੀਰੀਅੰਸ ਦੇ ਨਾਲ ਆਉਂਦੀਆਂ ਨੇ, ਹੈ ਨਾ। ਤੇ ਵੱਡੀ ਗੱਲ ਹੈ ਤੁਹਾਡੀ ਪੜ੍ਹਾਈ ਦਾ ਬਹੁਤ ਰੁਤਬਾ ਇਹਦੇ ਵਿੱਚ। ਤੁਹਾਡੀ ਪੜ੍ਹਾਈ ਮਤਲਬ ਮੈਂ ਇਕੱਲੀ ਐਜੂਕੇਸ਼ਨ ਕਾਲਜ ਵਾਲੀ ਦੀ ਗੱਲ ਨਹੀਂ ਕਰ ਰਿਹਾ, ਮਤਲਬ ਤੁਸੀਂ ਕਿੰਨਾ ਲੋਕਾਂ 'ਚ ਰਹਿੰਦੇ ਹੋ, ਤੁਸੀਂ ਕਿੰਨਾ ਲੋਕਾਂ ਨੂੰ ਸੁਣਦੇ ਹੋ, ਕਿਹੜੇ ਲੋਕ ਕਿਹੜੀਆਂ ਸ਼ਖਸੀਅਤਾਂ ਤੁਹਾਡੀ ਜ਼ਿੰਦਗੀ ਤੇ ਪ੍ਰਭਾਵ ਛੱਡਦੀਆਂ ਨੇ, ਇਹ ਸਾਰੀਆਂ ਉਹ ਚੀਜ਼ਾਂ ਨੇ। ਹੌਲੀ ਹੌਲੀ ਤੁਸੀਂ ਜਦੋਂ ਤੁਰਦੇ ਹੋ, ਇਕੱਲੇ ਹੁੰਦੇ ਹੋ, ਫਿਰ ਕਾਫਲਾ ਬਣਦਾ ਜਾਂਦਾ। ਬਸ ਉਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ ਜੀ। ਸੋ ਮਤਲਬ ਉਹੀ ਹੈ ਕਿ ਜ਼ਿੰਦਗੀ ਦੇ ਤਜਰਬੇ ਸਿਖਾਉਂਦੇ ਗਏ। ਬਿਲਕੁਲ। ਤੇ ਪਹਿਰਾਵੇ ਦੀ ਵੀ ਹੁਣ ਮੈਂ ਗੱਲ ਕਰਨੀ ਚਾਹਾਂਗੀ। ਤੁਹਾਡਾ ਪਹਿਰਾਵਾ ਬੜਾ ਡਿਫਰੈਂਟ ਹੈ, ਮਤਲਬ ਕੁਰਤਾ ਪਜਾਮਾ ਤੇ ਸਾਰੇ ਪਾਉਂਦੇ ਨੇ, ਬਟ ਦਿਸ ਇਜ਼ ਵੈਰੀ ਡਿਫਰੈਂਟ, ਯੂ ਨੋ। ਤੁਹਾਡੀ ਵਾਈਬ, ਤੁਹਾਡਾ ਔਰਾ ਹੀ ਬੜਾ ਸੂਫੀ ਇੱਕ ਉਹ ਦਿੰਦਾ ਹੈ, ਯੂ ਨੋ, ਰੰਗ ਬਣਦਾ ਉਹ ਵਾਲਾ, ਬੜਾ ਐਡ ਕਰਦਾ ਹੈ। ਸ਼ੁਕਰੀਆ, ਤੁਸੀਂ ਇੰਨੀ ਡਿਟੇਲ 'ਚ ਮੈਨੂੰ ਦੇਖ ਰਹੇ ਹੋ। ਤੇ ਅਸਲ 'ਚ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਆਪਦੇ ਸੁਭਾਅ ਦੇ ਵਿੱਚ ਉਹ ਚੀਜ਼ਾਂ ਲੈ ਆਉਂਦੇ ਹੋ, ਤੁਸੀਂ ਕਿਸੇ ਚੀਜ਼ 'ਚ ਗੁੜਚ ਹੋ ਜਾਂਦੇ ਹੋ, ਉਹਦੇ ਵਿੱਚ ਵੜ ਜਾਂਦੇ ਹੋ ਨਾ, ਫਿਰ ਤੁਹਾਨੂੰ ਉਹੀ ਦਿਸਦੀਆਂ। ਜਦੋਂ ਮੈਂ ਜਿੱਦਾਂ ਹੁਣ ਫਰਜ਼ ਕਰੋ ਜੇ ਮੈਂ ਸੌਣਾ ਆ, ਤਾਂ ਜੇ ਮੈਨੂੰ ਸੌਂਦੇ ਵੀ ਜੇ ਮੈਂ ਕੋਈ ਚੀਜ਼ ਸੋਚ ਰਿਹਾ ਤਾਂ ਮੇਰੇ ਇਹਨਾਂ ਚੀਜ਼ਾਂ ਦੇ ਰਿਲੇਟਡ ਹੀ ਹੁੰਦੀ ਹੈ। ਤੇ ਕੁਛ ਤੁਹਾਡੇ ਸ਼ੌਂਕ ਵੀ ਨੇ, ਤੇ ਜਦੋਂ ਪਰਮਾਤਮਾ ਨੇ ਤੁਹਾਨੂੰ ਸੁਰ ਦਿੱਤਾ ਹੋਵੇ, ਚੰਗੇ ਉਸਤਾਦ ਤੁਹਾਨੂੰ ਮਿਲ ਗਏ ਹੋਣ, ਤੁਸੀਂ ਕਿਸੇ ਦੇ ਹੋ ਗਏ ਹੋ, ਮੇਰੇ ਕਹਿਣ ਦਾ ਭਾਵ ਹੈ ਕਿਸੇ ਦੀ ਮੰਨ ਲੈਂਦੇ ਹੋ ਜਦੋਂ ਮੰਨਣਾ ਹੀ ਮੁਰਾਦ ਹੈ। ਉਸਤਾਦਾਂ ਦਾ ਜਦੋਂ ਆਸ਼ੀਰਵਾਦ ਤੁਹਾਡੇ ਹੱਥ ਹੋਵੇ, ਫਿਰ ਜਦੋਂ ਵੀ ਤੁਹਾਡੇ ਉਸਤਾਦ ਹੈ, ਤੁਹਾਡਾ ਅੰਦਰ ਉਹਨਾਂ ਨੂੰ ਵੇਖ ਕੇ ਤੁਸੀਂ ਕੋਸ਼ਿਸ਼ ਕਰਦੇ ਹੋ ਉਹਨਾਂ ਨੂੰ ਫੋਲੋ ਕਰਨ ਦੀ। ਬਾਕੀ ਜੀ ਬਸ ਲੱਗੇ ਹੋਏ ਆ। ਤੇ ਮੈਨੂੰ ਇੱਕ ਗੱਲ ਜ਼ਰੂਰ ਦੱਸੋ ਜੋ ਮੈਂ ਜਿਹੜੀ ਕੈਚ ਕੀਤੀ ਹੈ, ਕਿਉਂਕਿ ਸਾਡੀ ਤਾਂ ਬੋਲਬਾਣੀ ਯੂਜੂਅਲੀ ਇਹੋ ਜਿਹੀ ਹੈ, ਦੇਸੀ ਜੀ, ਹੈ ਨਾ, ਇੱਕ ਪਿੰਡ ਦਾ ਟੱਚ ਹੈ। ਇੱਕ ਗੜੋਚ ਜਿਹੜਾ ਵਰਡ ਤੁਸੀਂ ਯੂਜ਼ ਕੀਤਾ ਹੈ, ਇਹਦੇ ਬਾਰੇ ਮੈਂ ਜ਼ਰੂਰ ਜਾਣਨਾ ਚਾਹਾਂਗੀ, ਕਿਉਂਕਿ ਇਹ ਤਾਂ ਸਾਡੀ ਬੋਲਬਾਣੀ ਦਾ ਸ਼ਬਦ ਹੈ। ਅਸਲ 'ਚ ਨਾ ਅਮਰਦੀਪ ਗਿੱਲ ਹੋਣਾ ਦਾ ਇੱਕ ਬਹੁਤ ਪਿਆਰਾ ਸ਼ੇਰ ਸੀ ਕਿ ਵੱਜਦੇ ਨੇ ਢੋਲ ਪਰ ਢੋਲੀ ਉਦਾਸ ਹੈ, ਜਿਵੇਂ ਕਿਸੇ ਮਹਿਲ ਵਿੱਚ ਗੋਲੀ ਉਦਾਸ ਹੈ। ਉਂਝ ਤਾਂ ਪੰਜਾਬੀ ਪੂਰੀ ਦੁਨੀਆ ਵਿੱਚ ਰੰਗੀ ਵਸਦੇ ਨੇ, ਬੋਲਣ ਵਾਲੇ ਖੁਸ਼ ਨੇ ਪਰ ਬੋਲੀ ਉਦਾਸ ਹੈ। ਇਹੋ ਜਿਹੇ ਸ਼ਬਦ ਮੈਂ ਲੱਭ ਕੇ ਕੋਸ਼ਿਸ਼ ਕਰਦਾ ਕਿ ਜਿਹੜੇ ਮਰ ਗਏ ਨੇ, ਜਿਹੜੇ ਉਦਾਸ ਪਏ ਨੇ, ਜਿਹਨਾਂ ਦਾ ਵੀ ਦਿਲ ਕਰਦਾ ਕੋਈ ਸਾਨੂੰ ਵੀ ਬੋਲੇ ਯਾਰ। ਮੈਂ ਤਾਂ ਹੀ ਦੇਖ ਲਓ ਪੂਰੀ ਗੱਲ ਬਾਤ ਵਿੱਚ ਇਹ ਵਰਡ ਮੇਰੇ ਦਿਮਾਗ 'ਚ, ਕਿਉਂਕਿ ਐਕਚੁਅਲੀ ਇਹ ਵਰਡ ਬੜੇ ਜ਼ਿਆਦਾ। ਐਂਡ ਤੁਹਾਨੂੰ ਪਤਾ ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਕਿ ਜੇ ਤੁਹਾਡੇ ਵਰਗੇ ਬੋਲਣਾ ਪਸੰਦ ਕਰਦੇ ਨੇ, ਸੁਣਨਾ ਪਸੰਦ ਕਰਦੇ ਨੇ, ਸਾਡੇ ਕੰਨ ਇੱਕਦਮ ਖੜੇ ਹੁੰਦੇ ਨੇ, ਤੇ ਬੜੇ ਸਾਰਾ ਯੂਥ ਇਹੋ ਜਿਹਾ ਜਿਹੜਾ ਸੁਣ ਕੇ ਇਹਨਾਂ ਚੀਜ਼ਾਂ ਨੂੰ ਬੈਕਵਰਡ ਮੰਨਦਾ।
ਜਾਂਦਾ ਜੀ ਕਿ ਇਹ ਕਿਦਾਂ ਬੋਲ ਰਿਹਾ ਗੜੋਚ, ਆਈ ਡੋਂਟ ਲਾਈਕ ਦਿਸ, ਹੈ ਨਾ, ਇਹ ਕਿਦਾਂ ਦੀ ਤੁਸੀਂ ਜਿਹੜੀਆਂ ਪੰਜਾਬ ਦੀ ਭਾਸ਼ਾਵਾਂ ਨੇ ਜਾਂ ਬੋਲੀਆਂ ਨੇ, ਮੈਨੂੰ ਲੱਗਦਾ ਮੈਂ 5-6 ਬੋਲੀਆਂ ਬੋਲ ਲੈਂਦਾ। ਮੈਨੂੰ ਹੁਣ 6-7 ਸਾਲ ਤਾਂ 8 ਸਾਲ ਲਗਾਤਾਰ ਰਹਿੰਦਿਆਂ ਨੂੰ ਹੋ ਗਏ ਕੈਨੇਡਾ, ਹਾਂ 2.5-3 ਸਾਲ ਮੇਰਾ ਸਿਡਨੀ ਆਸਟ੍ਰੇਲੀਆ ਦਾ ਸਫ਼ਰ ਵੀ ਹੈਗਾ। ਤੇ ਇੰਗਲਿਸ਼ ਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਪਹਿਲਾਂ ਤੋਂ ਮੈਂ ਵੈਲ ਐਜੂਕੇਟਿਡ ਸੀ, ਮੇਰਾ ਬੈਕਗ੍ਰਾਉਂਡ ਵੀ ਥੋੜਾ ਫਰਾਟੇਦਾਰ ਇੰਗਲਿਸ਼ ਬੋਲਦੇ ਹੋ ਤੁਸੀਂ? ਮੈਨੂੰ ਲੱਗਦਾ ਹੈ ਮੈਂ ਬੋਲ ਲੈਂਦਾ, ਪਰ ਮੈਨੂੰ ਜਿਵੇਂ ਮੈਂ ਆਪਣੇ ਆਪ ਤੇ ਹਾਵੀ ਨਹੀਂ ਉਹਨੂੰ ਆਉਣ ਦਿੱਤਾ। ਜਿਸ ਜੀ ਤਰ੍ਹਾਂ ਮੈਂ ਮੇਰੇ ਮੂੰਹ 'ਚ ਤੁਹਾਨੂੰ ਯਾ ਵਰਡ ਨਹੀਂ ਸੁਣਿਆ ਹੈ ਨਾ ਇੰਨੀ ਕੁ ਦੇਰ ਤੱਕ। ਤਾਂ ਬਸ ਉਹ ਇਹ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਹੋਵੇ, ਜਿੱਥੇ ਹੁਣ ਜਦੋਂ ਅਸੀਂ ਉੱਧਰ ਹੁੰਦੇ ਹਾਂ, ਜਦ ਕੋਈ ਉਸ ਤਰ੍ਹਾਂ ਕੋਈ ਬੋਲ ਰਿਹਾ ਹੋਵੇ ਤਾਂ ਫਿਰ ਉੱਦਾਂ ਹੀ ਬੋਲੀਦਾ। ਜ਼ਰੂਰੀ ਵੀ ਹੈ, ਸਮਾਜਿਕ ਤੌਰ ਤੇ ਢਲਣਾ ਬਹੁਤ ਜ਼ਰੂਰੀ ਹੈ ਜੀ। ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਜਦੋਂ ਮੈਂ ਇਸ ਪਹਿਰਾਵੇ 'ਚ ਹੋਵਾਂ, ਜਾਂ ਮੈਂ ਸਪੈਸ਼ਲੀ ਜਿਸ ਤਰ੍ਹਾਂ ਅੱਜ ਇੰਟਰਵਿਊ ਲਈ ਤੁਸੀਂ ਬੁਲਾਇਆ, ਤਾਂ ਉਦੋਂ ਨਾ ਕੋਈ ਵੀ ਤੁਸੀਂ ਇੰਗਲਿਸ਼ ਦਾ ਸ਼ਬਦ ਬੋਲੋ, ਕਿਉਂਕਿ ਰੀਜ਼ਨ ਹੈ ਬੋਲਣ ਨੂੰ ਤੁਸੀਂ ਬੋਲ ਸਕਦੇ ਹੋ, ਪਰ ਕੋਈ ਤੁਹਾਨੂੰ ਲੱਗਦਾ ਕਿ ਜੋ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਉਹ ਹੀ ਕਰੋ। ਬਿਲਕੁਲ ਸਹੀ ਗੱਲ ਹੈ। ਤੇ ਕਿਹੜੀਆਂ ਲੈਂਗੁਏਜਸ ਫਿਰ ਤੁਹਾਨੂੰ ਤੁਸੀਂ ਦੇਖੋ ਬੇਸਿਕਲੀ ਸਾਡੀ ਪੰਜਾਬੀ ਹਿੰਦੀ ਤਾਂ ਸਾਰਿਆਂ ਨੂੰ ਆਉਂਦੀ ਹੁੰਦੀ ਹੈ। ਜਦੋਂ ਅਸੀਂ ਕੈਨੇਡਾ ਰਹਿੰਦੇ ਹਾਂ ਤਾਂ ਸਾਨੂੰ ਉੱਥੇ ਥੋੜੀ ਬਹੁਤ ਫ੍ਰੈਂਚ ਜ਼ਰੂਰ ਸਿੱਖਣੀ ਪੈਂਦੀ ਹੈ। ਓਕੇ, ਕਿਉਂਕਿ ਤੁਹਾਡੀ ਕੰਮਾਂ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਈ ਵਾਰੀ, ਤੇ ਕਈ ਵਾਰ ਜਦੋਂ ਤੁਸੀਂ ਉੱਥੇ ਰਹਿ ਕੇ ਆਪਦੇ ਪਰਮਾਨੈਂਟ ਰੈਜ਼ੀਡੈਂਸੀ ਦੀ ਫਾਈਲ ਲਾਉਣੀ ਹੁੰਦੀ ਹੈ, ਜਿਨ੍ਹਾਂ ਨੂੰ ਫ੍ਰੈਂਚ ਆਉਂਦੀ ਹੁੰਦੀ ਹੈ ਉਹਨਾਂ ਦੇ ਥੋੜੇ ਪੁਆਇੰਟ ਵੱਧ ਜਾਂਦੇ ਨੇ। ਸੋ ਉਸੇ ਕਰਕੇ ਥੋੜੀ ਬਹੁਤੀ ਫ੍ਰੈਂਚ ਆਉਂਦੀ ਹੈ। ਤੇ ਉਰਦੂ ਤਾਂ ਹੁਣ ਮੈਂ ਪਾਕਿਸਤਾਨ ਜਦੋਂ ਵੀ ਕਿਸੇ ਨਾਲ ਫੋਨ ਤੇ ਗੱਲ ਕਰਦਾ, ਸਾਰਾ ਦਿਨ ਤਕਰੀਬਨ ਉਸਤਾਦਾਂ ਨਾਲ, ਉਹਨਾਂ ਦੇ ਬੇਟੇ ਨਾਲ, ਉਹਨਾਂ ਦੇ ਗਾਂ ਪੋਤਰੇ ਦੋਤੇ ਸਾਰੇ ਮੇਰੇ ਨਾਲ ਗੱਲ ਕਰਦੇ ਨੇ ਜੀ। ਬਸ ਇਸ ਤਰ੍ਹਾਂ ਹੀ ਹੈ। ਬਹੁਤ ਖੂਬਸੂਰਤ ਗੱਲ ਹੈ। ਮੈਨੂੰ ਮੇਰੇ ਮਮਾ ਕਹਿੰਦੇ ਹੁੰਦੇ ਆ ਵੀ ਜਿੰਨਾ ਆਵੇ ਉਨਾ ਘੱਟ ਹੈ। ਹਾਂ ਬਸ, ਸੋ ਬਹੁਤ ਅੱਛੀ ਗੱਲ ਹੈ। ਤੇ ਕਲਾ ਦੇ ਤਾਂ ਅਸਲ 'ਚ ਸਿੱਖਣ ਵਾਲਾ ਬੰਦਾ ਚਾਹੀਦਾ ਹੈ। ਤੁਹਾਨੂੰ ਕਿਤੋਂ ਵੀ ਕੁਝ ਵੀ ਸਿੱਖਣ ਨੂੰ ਮਿਲਦਾ ਨਾ, ਬੰਦਾ ਕੈਚ ਕਰਨ ਵਾਲਾ ਚਾਹੀਦਾ ਹੈ, ਬੰਦਾ ਫੜਨ ਵਾਲਾ ਚਾਹੀਦਾ ਹੈ, ਕੋਈ ਗੱਲ ਫੜੀ ਜਾਵੇ। ਮੈਂ ਇੱਥੇ ਗੱਲ ਕਹਿਣਾ ਕਿ ਗੁਰਤੇਜ ਖੁਆਰ ਵਾਲੇ ਸਾਡੇ ਪ੍ਰੋਫੈਸਰ ਨੇ, ਮੈਂ ਉਹਨਾਂ ਕੋਲ ਪੜ੍ਹਿਆ, ਉਹਨਾਂ ਦਾ ਇੱਕ ਸ਼ੇਅਰ ਹੈ ਕਿ ਕਿਤਾਬਾਂ ਵਰਗੇ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਕਿਤੇ ਗਹਿਰਾ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਤਾਂ ਫਿਰ ਉਹ ਤੁਹਾਡੇ 'ਚ ਹੈ ਵੀ ਤੁਸੀਂ ਕਿਹੜਾ ਵਰਕਾ ਮੋੜਨਾ ਹੈ। ਬਹੁਤ ਅੱਛੀ ਗੱਲ ਹੈ ਫਰਜ਼ੰਦ। ਜਰਨੀ ਤਾਂ ਤੁਹਾਡੀ ਬੜੀ ਇੰਟਰਸਟਿੰਗ ਹੈ ਨਾ। ਮੈਨੂੰ ਇੱਕ ਗੱਲ ਦੱਸੋ, ਜਦੋਂ ਤੁਸੀਂ ਕੈਨੇਡਾ ਗਏ ਸੀਗੇ ਜੀ, ਤੇ ਉਦੋਂ ਜੇ ਆਪਾਂ ਕੈਨੇਡਾ ਮੁਲਕ ਦੀ ਗੱਲ ਕਰੀਏ, ਉੱਥੋਂ ਦੇ ਸਮਾਜ ਦੀ ਗੱਲ ਕਰੀਏ, ਤੇ ਕੀ ਫਰਜ਼ੰਦ ਨੇ ਵੀ ਆਪਣੀ ਜ਼ਿੰਦਗੀ ਦੇ ਸਟਰਗਲਿੰਗ ਪੀਰੀਅਡ ਦੇ ਵਿੱਚ ਰੇਸਿਜ਼ਮ ਕਹਿ ਲਈਏ, ਜਾਂ ਪਹਿਰਾਵੇ ਨੂੰ ਲੈ ਕੇ ਕਹਿ ਲਈਏ, ਜਾਂ ਪੱਗ ਨੂੰ ਲੈ ਕੇ ਕਹਿ ਲਈਏ, ਕੀ ਇਹਨਾਂ ਚੀਜ਼ਾਂ ਨੂੰ ਤੁਸੀਂ ਵੀ ਫੇਸ ਕੀਤਾ ਆਪਦੀ ਲਾਈਫ ਦੇ ਵਿੱਚ? ਕਿਉਂਕਿ ਸਾਡੇ ਪੰਜਾਬੀ ਬੱਚਿਆਂ ਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ। ਮੈਂ ਤੁਹਾਨੂੰ ਜਿਹੜੀ ਸਪਸ਼ਟਤਾ ਇਸ ਵਿੱਚ ਦਿੰਦਾ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਹੋਇਆ ਕਿ ਮੇਰੀ ਪੱਗ ਨੂੰ ਲੈ ਕੇ ਕਿਸੇ ਨੇ ਕਦੇ ਕੁਝ ਕਿਹਾ ਹੋਵੇ, ਜਾਂ ਮੇਰੇ ਨਾਲ ਕਿਸੇ ਨੇ ਕੋਈ ਮੰਦਭਾਗੀ ਭਾਸ਼ਾ ਜਾਂ ਕੋਈ ਉਸ ਤਰ੍ਹਾਂ ਦਾ ਕੋਈ ਸ਼ਬਦ ਵਰਤਿਆ ਹੋਵੇ। ਪਰ ਜਿਹੜੀ ਕੈਨੇਡਾ ਦੀ ਲਾਈਫ ਹੈ, ਬੜੀ ਸਟਰਗਲ ਵਾਲੀ ਲਾਈਫ ਹੈ। ਸਟਾਰਟਿੰਗ ਵਾਲੇ ਜਿਹੜੇ ਡੇਜ਼ ਹੁੰਦੇ ਨੇ, ਤਾਂ ਮੈਨੂੰ ਲੱਗਦਾ ਸਟਰਗਲ ਸਾਰੇ ਹੀ ਕਰ ਰਹੇ। ਮੈਂ ਵੀ ਕੀਤੇ ਹੈ, ਚੰਗਾ ਮਾੜਾ ਸਮਾਂ ਅਸੀਂ ਉੱਥੇ ਬਹੁਤ ਦੇਖਿਆ। ਪਰ ਇਹ ਲੱਕੀਲੀ ਸਾਡੇ ਲਈ ਇਹ ਸੀ ਕਿ ਹੁਣ ਤਾਂ ਤਕਰੀਬਨ ਸਾਰੇ ਪੰਜਾਬੀ ਉੱਧਰ ਨੇ। ਸਾਨੂੰ ਇੱਧਰ ਲੱਗਦਾ ਹੁੰਦਾ ਕਿ ਅਸੀਂ ਕਿਤੇ ਬਾਹਰ ਆਏ, ਉੱਥੇ ਲੱਗਦਾ ਅਸੀਂ ਪੰਜਾਬ 'ਚ ਆ। ਸੋ ਮੈਨੂੰ ਲੱਗਦਾ ਬਹੁਤੀ ਪ੍ਰੋਬਲਮ ਨਹੀਂ, ਅਸੀਂ ਇਸ ਤਰ੍ਹਾਂ ਦੀ ਨਹੀਂ ਕੋਈ ਫੇਸ ਕੀਤੀ। ਬਾਕੀ ਸਟਰਗਲ ਤਾਂ ਕਰਨਾ ਹੀ ਪੈਂਦਾ, ਫਿਰ ਹੀ ਜਾ ਕੇ ਕਿਤੇ ਮੰਜ਼ਿਲ ਮਿਲਦੀ ਹੈ। ਸੋ ਕੀ ਫਰਜ਼ੰਦ 2015 ਤੋਂ ਪਹਿਲੇ ਜਦੋਂ ਤੁਹਾਡਾ ਸ਼ੌਂਕੀਆ ਤੌਰ ਤੇ ਤਾਂ ਤੁਸੀਂ ਸ਼ੁਰੂ ਤੋਂ ਹੀ ਇਸ ਗੱਲ ਵੱਲ ਹੈਗੇ ਹੋ, ਮਿਊਜ਼ਿਕ ਵੱਲ ਹੈਗੇ ਹੋ, ਬਟ 2015 ਤੋਂ ਪਹਿਲੇ ਕੀ ਇਹ ਵਿਜ਼ਨ ਤੁਹਾਡਾ ਕਲੀਅਰ ਸੀਗਾ ਕਿ ਇੱਧਰਲੇ ਖੇਤਰ 'ਚ ਮੈਂ ਜਾਵਾਂਗਾ ਹੀ ਜਾਵਾਂਗਾ, ਜਾਂ ਇੰਜ ਲੱਗ ਰਿਹਾ ਸੀਗਾ ਬਈ ਜੇ ਸਬੱਬ ਬਣ ਗਿਆ ਤਾਂ ਠੀਕ ਹੈ, ਨਹੀਂ ਤਾਂ ਮਿਹਨਤ ਤਾਂ ਕਰ ਹੀ ਰਹੇ ਹਾਂ? ਹਾਂਜੀ, ਇਸ ਤਰ੍ਹਾਂ ਸੀਗਾ। ਮੇਰੇ ਡੈਡ 2013 'ਚ ਪੂਰੇ ਹੋ ਗਏ, ਉਹ ਸਾਨੂੰ ਛੱਡ ਕੇ ਚਲੇ ਗਏ। ਉਹਨਾਂ ਦਾ ਸੁਪਨਾ ਸੀ ਕਿ ਮੈਂ ਕਲਾਕਾਰ ਬਣਾ, ਮੈਂ ਮੌਸੀਕੀ ਨੂੰ ਅੱਗੇ ਲੈ ਕੇ ਜਾਵਾਂ। ਮੈਨੂੰ ਨਹੀਂ ਸੀ ਪਤਾ, ਉਹਨਾਂ ਨੇ ਛੋਟੇ ਹੁੰਦਿਆਂ ਹੀ ਮੇਰੇ ਅੰਦਰ ਇਹ ਬੀਜ ਪੁਨਗ ਦਾ ਦੇਖ ਲਿਆ ਸੀ ਕਿ ਇਹਦੇ ਅੰਦਰ ਹੈਗੀ ਹੈ ਗੱਲ, ਇਹਨੂੰ ਕੱਢਿਆ ਜਾ ਸਕਦਾ ਹੈ। ਤਾਂ ਉਹ ਫਿਰ ਮੈਂ 8-9 ਸਾਲਾਂ ਦਾ ਸੀ ਜਦੋਂ ਉਹਦਾ ਮੈਂ ਸਾਡੇ ਸ਼ਹਿਰ 'ਚ ਜਿਹੜੇ ਉਸ ਵੇਲੇ ਪਾਲ ਆਹਲੂਵਾਲੀਆ ਜੀ, ਬੂਟਾ ਅਨਮੋਲ, ਜਿਹੜੇ ਉਸ ਵੇਲੇ ਬਹੁਤ ਉਹਨਾਂ ਦੇ ਵੱਡੇ ਨਾਮ ਸੀ, ਉਹ ਸਾਡੇ ਸ਼ਹਿਰ 'ਚ ਉਹਨਾਂ ਦੀਆਂ ਮਿਊਜ਼ਿਕ ਅਕੈਡਮੀ ਸੀਗੀਆਂ, ਉਹ ਸਿਖਾਉਂਦੇ ਸੀ। ਤਾਂ ਮੈਂ ਉਹਨਾਂ ਕੋਲੋਂ ਸਿੱਖਦਾ ਰਿਹਾ। ਉਹ ਮੈਨੂੰ ਜਿੱਥੇ ਵੀ ਲੈ ਜਾਂਦੇ ਸੀ ਸਿੱਖਣ ਵਾਸਤੇ ਮੈਂ ਜਾਂਦਾ ਸੀ। ਜਿਸ ਤਰ੍ਹਾਂ ਮੈਂ ਵੱਡਾ ਹੋਇਆ ਤਾਂ ਮੇਰੇ ਫਾਦਰ ਸਾਹਿਬ ਡਿਊਟ ਸੌਂਗ ਬਹੁਤ ਸੁਣਦੇ ਸੀ, ਜਿੱਦਾਂ ਸਦੀਕ ਸਾਹਿਬ ਨੂੰ ਬਹੁਤ ਪਿਆਰ ਕਰਦੇ ਸੀ। ਅਤੇ ਉਹਨਾਂ ਦੀ ਇੱਛਾ ਇਹ ਸੀ ਕਿ ਮੇਰੇ ਪੁੱਤ ਦਾ ਜੇ ਉਸਤਾਦ ਹੋਏਗਾ ਤਾਂ ਉਹ ਸਦੀਕ ਸਾਹਿਬ ਹੀ ਹੋਣਗੇ। ਇਹ ਉਹਨਾਂ ਦੀ ਇੱਛਾ ਸੀ। ਅਤੇ ਉਹ ਕੋਸ਼ਿਸ਼ ਕਰਦੇ ਹੁੰਦੇ ਸੀ, ਮੈਨੂੰ ਕਹਿੰਦੇ ਕੁਛ ਤੁੰਬੀ ਨਾਲ ਮੈਨੂੰ ਸੁਣਾਇਆ ਕਰ ਕੁਛ ਨਾ। ਅਤੇ ਮੈਂ ਉਹਨਾਂ ਨੂੰ ਕੁਛ ਸੁਣਾਉਣਾ, ਉਹਨਾਂ ਨੇ ਮੈਨੂੰ ਤੁੰਬੀ ਲਿਆ ਕੇ ਦਿੱਤੀ। ਫਿਰ ਉਹਨਾਂ ਨੇ ਮੈਨੂੰ ਤੁੰਬੀ ਵਾਲੇ ਉਸਤਾਦ ਲੱਭ ਕੇ ਦਿੱਤੇ ਵੀ ਇਹਨਾਂ ਨੂੰ ਵੀ ਫਰਜ਼ੰਦ ਨੂੰ ਕੁਛ ਤੁੰਬੀ 'ਤੇ ਸਿਖਾਓ। ਚਲੋ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ। ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ, ਮੈਨੂੰ ਸੰਗੀਤ ਦੀ ਜਿਹੜੀ ਸਮਝ ਪੈਂਦੀ ਗਈ,
ਫਿਰ ਜਿਵੇਂ ਕਾਲਜ 'ਚ ਜਾਣ ਦਾ ਮੌਕਾ ਮਿਲਿਆ, ਸ਼ਾਇਰਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ, ਸੂਫੀ ਸੰਤਾਂ ਨੂੰ ਉਹਨਾਂ ਦੀਆਂ ਜੀਵਨੀਆਂ ਪੜ੍ਹਨ ਦਾ ਮੌਕਾ ਮਿਲਿਆ। ਫਿਰ ਪ੍ਰੋਫੈਸਰ ਸਾਹਿਬਾਨਾਂ ਦਾ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਹੁੰਦਾ ਹੈ। ਜਦੋਂ ਮੈਂ ਉਹਨਾਂ ਨੂੰ ਦੇਖਿਆ, ਮੈਂ ਉਹਨਾਂ ਨੂੰ ਸੁਣਦਾ, ਉਹਨਾਂ ਦੀਆਂ ਕਿਤਾਬਾਂ ਕਿਤੇ ਪੜ੍ਹਨ ਦਾ ਮੌਕਾ ਮਿਲਦਾ, ਉਹ ਫਿਰ ਪਤਾ ਨਹੀਂ ਪਰਮਾਤਮਾ ਨੇ ਨਾ ਜਿਸ ਤਰ੍ਹਾਂ ਇੱਕ ਅੰਦਰ ਤੁਹਾਡੀ ਰੌਸ਼ਨੀ ਜਗਦੀ ਹੈ ਨਾ, ਕੋਈ ਲਾਈਟ ਪਈ, ਤਾਂ ਫਿਰ ਤੁੰਬੀ ਤੋਂ ਤੁੰਬਾ ਬਣ ਗਿਆ। ਫਿਰ ਉਧਰੋਂ ਸਾਈਂ ਜੀ ਨਾਲ ਕਿਸੇ ਨੇ ਮੈਨੂੰ ਦੱਸਿਆ ਵੀ ਜੇ ਤੂੰ ਸੂਫੀ ਨੂੰ ਟਰਾਈ ਕਰਦਾ ਨਾ ਤੇ ਸਾਈਂ ਜ਼ਹੂਰ ਉਹਨਾਂ ਨੂੰ ਸੁਣ। ਤੇ ਸੱਚੀ ਗੱਲ ਹੈ, ਇਸ ਤੋਂ ਪਹਿਲਾਂ ਮੈਂ ਸਾਈਂ ਉਹਨਾਂ ਨੂੰ ਨਹੀਂ ਸੁਣਿਆ। ਇਹ 2006 ਦੀਆਂ ਗੱਲਾਂ ਨੇ। 5-6 ਦੇ ਵਿੱਚ ਨਾ ਸਾਨੂੰ ਕਿਸੇ ਨੇ ਮੈਨੂੰ ਦੱਸਿਆ, ਤਾਂ ਮੈਂ ਜਦੋਂ ਉਹ ਸੁਣਨ ਲੱਗਿਆ ਸਾਈਂ ਜੀ ਉਹਨਾਂ ਨੂੰ, ਇਤਨਾ ਪਾਗਲ ਹੋ ਕੇ ਸੁਣਿਆ ਫਿਰ ਮੈਂ ਉਹਨਾਂ ਨੂੰ, ਵੀ ਤੁਸੀਂ ਮੰਨੋਗੇ ਕਿ ਰਾਤ ਨੂੰ ਮੈਂ ਕਿਤੇ ਸੌਂ ਵੀ ਜਾਣਾ ਤਾਂ ਉਹਨਾਂ ਦੇ ਗਾਣੇ ਚੱਲਦੇ ਰਹਿਣੇ। ਬਸ ਫਿਰ ਉਥੋਂ ਇਸ ਤਰ੍ਹਾਂ ਹੋ ਗਿਆ ਵੀ ਕਿ ਮੈਂ ਇਹ ਤਾਂ ਸ਼ਬਦਾਂ 'ਚ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਜਿਹੜੀ ਇਹ ਲੱਗੀ ਦੀ ਗੱਲ ਹੈ, ਇਸ਼ਕ ਦੀ ਗੱਲ ਹੈ ਸਾਰੀ। ਬਿਲਕੁਲ ਸਹੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਇਸ਼ਕ ਹੁੰਦਾ ਫਿਰ ਹੱਦ ਨਹੀਂ ਹੁੰਦੀ। ਬਿਲਕੁਲ। ਤੇ ਉਹੀ ਚੀਜ਼ ਹੈ ਜਿਹੜਾ ਤੁਸੀਂ ਅੱਜ ਇੱਥੋਂ ਤੱਕ ਵੀ ਪਹੁੰਚੇ ਹੋ। ਸੋ ਮੈਂ ਇਹਨੂੰ ਤੁੰਬੀ ਹੀ ਕਵਾਂਗੀ। ਇਹ ਜੀ ਸਾਡੇ ਇਧਰਲੇ ਪੰਜਾਬ 'ਚ ਇਹਨੂੰ ਤੁੰਬਾ ਵੀ ਕਹਿੰਦੇ ਨੇ, ਇੱਕ ਤਾਰਾ ਵੀ ਕਹਿੰਦੇ ਨੇ। ਇਹਦੇ 3 ਤਾਰਾਂ ਪਾਈਆਂ ਹੋਈਆਂ ਨੇ। ਤੁਸੀਂ ਪਾਈਆਂ? ਨਹੀਂ, ਮੈਂ ਨਹੀਂ ਪਾਈਆਂ। ਮਤਲਬ ਕਿ ਤੁਹਾਡੇ 3 ਜਿਹੜੀ ਤਾਰਾਂ, ਮੇਰੇ ਉਸਤਾਦ ਹੁਣੀ 5 ਤਾਰਾ ਵੀ ਵਜਾਉਂਦੇ ਨੇ, 3 ਤਾਰਾ ਵੀ ਵਜਾਉਂਦੇ ਨੇ। ਤੇ ਚਲੋ ਖੈਰ, ਉਹਨਾਂ ਨੂੰ ਸੁਣ ਕੇ ਮੈਂ ਟਰਾਈ ਕੀਤਾ। ਤੇ ਅਸੀਂ ਜਦੋਂ ਵੀ ਮਿਲੇ ਆ, ਮੈਂ ਉਹਨਾਂ ਤੋਂ ਹਮੇਸ਼ਾ ਸਿੱਖਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਹ ਮੈਨੂੰ ਉਧਰੋਂ ਵੀਡੀਓ ਬਣਾ ਕੇ ਭੇਜ ਕੇ ਕੁਝ ਬੋਲ ਕੇ ਦੱਸਦੇ ਰਹੇ ਕਿ ਬੇਟਾ ਇਹ ਅੰਗ ਇਸ ਤਰ੍ਹਾਂ ਲਾਉਣੇ ਨੇ, ਇਹ ਅੱਗੇ ਇਸ ਤਰ੍ਹਾਂ ਲੱਗਣੇ ਨੇ। ਬਸ ਉਹ ਇਸ ਤਰ੍ਹਾਂ ਹੀ ਬਸ ਤੁੰਬੀ ਤੋਂ ਤੁੰਬਾ ਹੋਇਆ, ਤੁੰਬੇ ਤੋਂ ਇੱਕ ਤਾਰਾ, ਇੱਕ ਤਾਰੇ ਤੋਂ 3 ਤਾਰਾ ਹੋ ਗਿਆ। ਉਹ ਸਮੇਂ ਦੇ ਨਾਲ ਹੁਣ 5 ਤਾਰਾ ਵੀ ਹੋ ਜਾਏਗਾ। ਔਰ 5 ਤਾਰੇ ਦੀ ਖਾਸੀਅਤ ਵਾਲੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਵੀ ਸਾਈਂ ਜ਼ਹੂਰ ਹੁਣਾਂ ਨੇ 40-50 ਸਾਲ ਜਿਹੜਾ ਤੁੰਬਾ ਵਜਾਇਆ ਹੈ ਨਾ, ਉਹ ਤੁੰਬਾ ਅੱਜ ਮੇਰੇ ਕੋਲ ਹੈ। ਸਾਈਂ ਉਹਨਾਂ ਨੇ ਉਹ ਮੈਨੂੰ ਦੇਤਾ ਹੈ। ਦੇਖੋ, ਉਹਨਾਂ ਦੀ ਪੁੱਤਰਾਂ ਦੀ ਵਿਰਾਸਤ ਸੀ, ਉਹਨਾਂ ਨੇ ਮੈਨੂੰ ਵੀ ਆਪਦਾ 5ਵਾਂ ਪੁੱਤਰ ਮੰਨਿਆ ਹੋਇਆ। ਉਹ ਕਹਿੰਦੇ ਪੁੱਤਰ ਇਹਦਾ ਤੂੰ ਹੱਕਦਾਰ ਹੈ, ਤੇ ਹੁਣ ਮੈਨੂੰ ਦੇਤਾ ਹੈ, ਉਹ ਮੇਰੇ ਕੋਲ ਹੈ। ਹੁਣ ਸਾਈਂ ਉਹਨਾਂ ਕੋਲ ਨਵਾਂ ਤੁੰਬਾ ਹੈ, ਪਰ ਜਿਹੜਾ 50 ਸਾਲ ਜਿਨ੍ਹਾਂ ਤੇ ਉਹਨਾਂ ਨੇ ਵਜਾਇਆ ਜਾਂ ਰਿਆਜ਼ ਕੀਤਾ, ਦੁਨੀਆ ਘੁੰਮੀ ਹੈ, ਉਹ ਤੁੰਬਾ ਮੇਰੇ ਕੋਲ ਹੈ। ਤੁਸੀਂ ਲੈ ਕੇ ਕਿਉਂ ਨਹੀਂ ਆਏ? ਅਨਫੋਰਚੂਨੇਟਲੀ ਉਹ ਮੇਰੇ ਕੋਲ ਆਸਟ੍ਰੇਲੀਆ ਪਿਆ ਹੈ। ਤੇ ਉੱਪਰ ਇਹ ਹੈ ਕਿ ਉਹ ਤਾਂ ਚੀਜ਼ ਇੰਨਾ ਕਲਾਸਿਕ ਪੀਸ ਹੈ ਕਿ ਉਹਨੂੰ ਹਮੇਸ਼ਾ ਸੰਭਾਲ ਕੇ ਰੱਖਣ ਵਾਲੀ ਚੀਜ਼ ਹੈ। ਜੀ, ਤੁਸੀਂ ਬੜਾ ਸੋਹਣਾ ਸ਼ਿੰਗਾਰਿਆ ਹੋਇਆ ਹੈ ਜੀ। ਮੇਰੇ ਉਸਤਾਦ ਉਹਨਾਂ ਦਾ ਤਾਂ ਪੂਰਾ, ਉਹਨਾਂ ਦੇ ਤਾਂ ਬਹੁਤ ਸਾਰੇ ਲੋਗੜੀ ਦੇ ਫੁੱਲ ਤੇ ਫੁੰਮਣ ਦੀ ਬਹੁਤ ਵੱਡਾ ਉਹਨਾਂ ਦਾ ਝਾਲਰ ਲੱਗਿਆ ਹੁੰਦਾ। ਤੇ ਇਹ ਬਸ ਛੋਟਾ ਜਿਹਾ ਇਹ ਸ਼ਿੰਗਾਰ ਹੈ, ਬਸ ਇਹਦਾ ਸਾਜ਼ ਸੋਹਣਾ ਲੱਗਦਾ। ਹੋਰ ਤਾਂ ਨਹੀਂ, ਵੈਸੇ ਵੀ ਲੋਕ ਰੰਗ ਜਦੋਂ ਅਸੀਂ ਏਦਾਂ ਦੇ ਦੇਖਦੇ, ਇਹ ਚੀਜ਼ਾਂ ਤੇ ਗਵਾਚ ਰਹੀਆਂ ਨੇ, ਤੇ ਜਦੋਂ ਵੇਖਣ ਨੂੰ ਮਿਲਦੇ ਆ ਨੇ, ਮੈਨੂੰ ਲੱਗਦਾ ਸੱਚੀ ਰੂਹ ਖਿੜ ਜਾਂਦੀ ਹੈ। ਇਹ ਚੀਜ਼ਾਂ ਨਾ ਜਿਸ ਤਰ੍ਹਾਂ ਇਹ ਘਰੋਂ ਹੀ ਮਿਲੀਆਂ ਨੇ। ਜਿੱਦਾਂ ਸਾਡੇ ਘਰ ਵੀ ਤੁਸੀਂ ਕਿਤੇ, ਮੈਂ ਚਾਹੂੰਗਾ ਆਓ, ਤੇ ਜਿਹੜੇ ਵੀ ਬੰਦੇ ਸਾਡੇ ਘਰ ਆਉਂਦੇ ਨੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਘਰ ਘੱਟ ਹੈ ਤੇ ਮਿਊਜ਼ੀਅਮ ਜ਼ਿਆਦਾ ਹੈ। ਅੱਜ ਵੀ ਅਸੀਂ ਸਾਰਾ ਕੁਝ ਪੁਰਾਣਾ ਹੀ ਰੱਖਿਆ ਹੋਇਆ ਹੈ। ਜਿਹੜਾ ਸਾਡੇ ਘਰ ਫਰਨੀਚਰ ਹੈ, ਉਹ ਵੀ ਮੇਰੇ ਦਾਦੀ ਉਹਨਾਂ ਨੂੰ ਜਿਹੜਾ ਉਸ ਵੇਲੇ ਦਾਜ 'ਚ ਮਿਲਿਆ ਸੀ ਨਾ, ਉਹੀ ਰੱਖਿਆ ਹੋਇਆ ਸੀ। ਤੇ ਅਸੀਂ ਉਹਨਾਂ ਨੂੰ ਪੂਰਾ ਟੇਕ ਕੇਅਰ ਕਰਕੇ, ਪਾਲਿਸ਼ ਵਗੈਰਾ ਕਰਕੇ ਅਸੀਂ ਰੱਖਦੇ ਆ। ਤੇ ਜਦੋਂ ਵੀ ਮੈਨੂੰ ਕਿਤੋਂ ਕੁਝ ਪੁਰਾਣਾ ਲੱਭਦਾ ਆ, ਮੈਂ ਉਹ ਲੈ ਕੇ ਆਉਣਾ। ਤੇ ਫਿਰ ਮੋਸਟਲੀ ਸਾਡੇ ਘਰ 'ਚ ਸਭ ਕੁਝ ਪੁਰਾਣਾ ਹੀ ਹੈ। ਕੌਣ ਹੈ ਤੁਹਾਡੇ ਘਰ 'ਚ ਫਿਰ? ਹੁਣ ਪਾਪਾ ਚਲੇ ਗਏ ਆ, ਦਾਦੀ ਵੀ 4-5 ਮਹੀਨੇ ਹੋ ਗਏ, ਉਹ ਵੀ ਚਲੇ ਗਏ। ਮੇਰੀ ਦਾਦੀ ਦਾ ਮੇਰੀ ਜ਼ਿੰਦਗੀ 'ਚ ਉਹ ਰੋਲ ਹੈ ਕਿ ਮਤਲਬ ਫਿਲਮ ਬਣ ਸਕਦੀ ਹੈ ਉਹਨਾਂ ਦੀ ਜੀਵਨੀ ਤੇ। ਦੱਸੋ ਮਾੜਾ ਜਿਹਾ ਸਾਨੂੰ। ਉਹ ਮੈਨੂੰ ਤੜਕੇ 4 ਵਜੇ ਉਠਾ ਦਿੰਦੇ ਹੁੰਦੇ ਸੀ ਵੀ ਪੁੱਤਰ ਪੜ੍ਹਨਾ ਹੈ, ਪੜ੍ਹ। ਕਈ ਵਾਰੀ ਮੇਰੀ ਮਮ ਨੇ ਗੁੱਸਾ ਕਰਨਾ, ਮਾਂ ਨੇ ਕਹਿਣਾ ਵੀ ਉਹਨੂੰ ਸੌਂ ਲੈਣ ਦੀ, ਬੀਜੀ ਤੂੰ ਤੜਕੇ ਹੀ ਉਠਾ ਲੈਂਦੀ ਹੈ। ਉਹਨੇ ਕਹਿਣਾ ਜੇ ਅੱਜ ਸੁੱਤਾ ਰਿਹਾ ਤੇ ਫਿਰ ਸਾਰੀ ਉਮਰ ਸੁੱਤਾ ਹੀ ਰਹੇਗਾ, ਇਹਨੂੰ ਕੁਝ ਬਣਾਉਣਾ ਆ। 4 ਵਜੇ ਉਠਾ ਦਿੰਦੇ ਸੀ, ਚਾਹੇ ਉਹਦੇ ਲਈ ਕਈ ਵਾਰੀ ਤਾਂ ਕਹਿੰਦੇ ਹੁੰਦੇ ਸੀ ਬੇਟੇ ਰਿਆਜ਼ ਕਰੋ, ਫਿਰ ਮੈਂ ਚਾਹ ਦਿੰਦੀ ਹਾਂ, ਪਹਿਲਾਂ ਰਿਆਜ਼ ਕਰ ਲਓ। ਤੇ ਮੈਂ ਰਿਆਜ਼ ਉਹਨਾਂ ਦੇ ਰਹਿਨੁਮਾਈ 'ਚ ਕੀਤਾ। ਤੇ ਉਹ ਪੁਰਾਣੇ 8-9 ਪੜ੍ਹੇ ਸੀ। ਉਹਨਾਂ ਵੇਲਿਆਂ ਦੇ 8-9 ਤੇ ਇੱਕ ਤਰ੍ਹਾਂ ਦੀ MA BA ਹੀ ਸੀਗੇ। ਉਹਨਾਂ ਦਾ ਮੈਥ ਇਹਨਾਂ ਟਿਪਸ ਤੇ ਸੀ, ਤੇ ਉਂਗਲਾਂ ਤੇ ਵੱਡੀ ਕੈਲਕੂਲੇਸ਼ਨਸ ਕਰ ਦਿੰਦੇ ਸੀ। ਅਸੀਂ ਤਾਂ ਕੈਲਕੂਲੇਟਰ ਤੇ ਆਦੀ ਹੋਏ ਆ। ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਾਡੇ ਪਿੰਡ ਦੀ ਉਹ ਪੜ੍ਹੀ ਲਿਖੀ ਔਰਤ ਸੀ, ਤੇ ਬਸ ਉਸ ਵੇਲੇ ਦਾ ਹੀ ਜਿਵੇਂ ਉਹ ਰੁਝਾਨ ਸੀ ਜਾਂ ਜਿਸ ਤਰ੍ਹਾਂ ਦਾ ਸੁਭਾਅ ਸੀ, ਅਸੀਂ ਜਿਸ ਤਰ੍ਹਾਂ ਉਹ ਵੱਡੇ ਹੋਏ ਨਾ ਉਹਨਾਂ ਦੀ ਰਹਿਨੁਮਾਈ ਦੇ ਹੇਠਾਂ, ਤੇ ਉੱਦਾਂ ਦੇ ਹੀ ਆ ਸੁਭਾਅ ਵੀ ਤੇ ਸਾਰਾ ਕੁਝ। ਤੇ ਮੈਂ ਤਾਂ ਇਹ ਕਹਿਣਾ ਚਾਹਾਂਗੀ ਤੁਸੀਂ ਬੜੇ ਖੁਸ਼ਕਿਸਮਤ ਹੋ ਕਿ ਇਹੋ ਜਿਹੇ ਘਰ ਦੇ ਵਿੱਚ ਤੁਹਾਡਾ ਜਨਮ ਹੋਇਆ, ਤੇ ਉਸ ਤੋਂ ਬਾਅਦ ਜਿਹੜੇ ਪਰਵਰਿਸ਼ ਆ ਉਹ ਵੀ ਉਹਨਾਂ ਦੇ ਹੱਥਾਂ 'ਚ। ਅੱਜ ਮੈਂ ਚਾਹੁੰਦਾ ਸੀ ਮੇਰੀ ਦਾਦੀ ਹੁੰਦੀ ਤਾਂ ਉਹ 5-6 ਮਹੀਨੇ ਪਹਿਲਾਂ ਹੀ ਉਹ ਪੂਰੇ ਹੋਏ ਨੇ। ਤੇ ਮੈਂ ਉਹਨਾਂ ਲਈ ਇੱਕ ਗੀਤ ਵੀ ਰਿਕਾਰਡ ਕੀਤਾ ਸੀ ਕਿ ਜੁਗ ਜੁਗ ਜੀਵੇ ਦਾਦੀ ਅੰਮਾ ਲਾਡ ਲਡਾਵਣ ਵਾਲੀ, ਜੁਗ ਜੁਗ ਜੀਵੇ ਦਾਦੀ ਅੰਮਾ ਦੁੱਧ ਪਿਲਾਵਣ ਵਾਲੀ। ਕਿਆ ਬਾਤ। ਮੈਂ ਉਹਨਾਂ ਲਈ ਬੜਾ ਮੁਹੱਬਤ ਸੀ ਮੇਰੀ ਉਹਨਾਂ ਲਈ। ਤਾਂ ਉਹ ਮਤਲਬ ਜਦੋਂ ਵੀ ਹੁਣ ਮੈਂ ਘਰ ਜਾਂਦਾ, ਉਹ ਜਗ੍ਹਾ ਖਾਲੀ ਮਿਲਦੀ ਹੈ ਨਾ, ਉਹ ਅਹਿਸਾਸ ਕਿਸੇ ਨੂੰ ਦੱਸ ਨਹੀਂ ਹੁੰਦੇ।
ਤੇ ਕੀ ਤੁਸੀਂ ਉਹਨਾਂ ਨੂੰ ਯਾਦ ਕਰ ਕੁਝ ਗੁੰਗੁਨਾਇਆ ਹੈ? ਉਹ ਤੁਹਾਡੇ ਕਿਹੜੇ ਗੀਤ ਪਸੰਦ ਕਰਦੇ ਸੀ ਉਹ ਸੁਣਨੇ? ਤਕਰੀਬਨ ਮੇਰਾ ਸਾਰਾ 뮤직 ਪਸੰਦ ਕਰਦੇ ਸੀ। ਉਹਨਾਂ ਨੂੰ ਮੇਰੇ 뮤직 ਦੀ ਸਮਝ ਸੀ, ਉਹਨਾਂ ਨੂੰ ਪਤਾ ਸੀ ਵੀ ਇਹਨੂੰ ਅਸੀਂ 8-9 ਸਾਲ ਦਾ ਇੱਧਰ ਲਾਇਆ ਹੋਇਆ ਹੈ। ਗੀਤ ਰਿਕਾਰਡ ਕਰਨ ਨੂੰ ਜਿੰਨੇ ਮਰਜ਼ੀ ਤੁਸੀਂ ਕਰ ਲਓ, ਰਿਲੀਜ਼ ਕਰਨ ਨੂੰ ਜਿੰਨੇ ਮਰਜ਼ੀ ਕਰ ਲਓ, ਪਰ ਜਦੋਂ ਤੁਹਾਡੇ ਤੇ ਕਿਰਪਾ ਹੁੰਦੀ ਹੈ, ਤੁਹਾਡੇ ਪੇਰੈਂਟਸ, ਤੁਹਾਡੀ ਫੈਮਿਲੀ ਸਾਥ ਦਿੰਦੀ ਹੈ, ਫਿਰ ਤੁਹਾਨੂੰ ਉਸਤਾਦਾਂ ਦੀ ਜਦੋਂ ਮਾਰ ਵੱਜੀ ਹੁੰਦੀ ਹੈ ਨਾ, ਉਹ ਫਿਰ ਹੁੰਦਾ ਕਿ ਭਾਂਡਾ ਪੱਕਿਆ ਹੋਵੇ ਤੇ ਫਿਰ ਮਜ਼ਾ ਆਉਂਦਾ। ਤੇ ਹੁਣ ਇਜਾਜ਼ਤ ਵੀ ਉਸਤਾਦ ਹੋਣਾ ਤੋਂ ਵੀ ਹੋਣੀ ਮਿਲੀ ਹੈ। ਉਸਤਾਦ ਜੀ ਨੇ ਵੀ ਆਖਿਆ ਕਿ ਬੇਟੇ ਹੁਣ ਆਪਣਾ ਕੰਮ ਚਲਾਓ, ਤੇ ਚਲੋ ਹੁਣ ਲੱਗੇ ਹੋਏ ਆ ਬਸ। ਉਹਨਾਂ ਦੇ ਇਸ਼ਾਰੇ ਦਿੱਤਾ ਇੰਤਜ਼ਾਰ ਤੁਸੀਂ ਕੀਤਾ ਨਾ ਸਮਾਂ। ਕਿਉਂਕਿ ਉਹਨਾਂ ਨੇ ਮੈਨੂੰ ਮਨਾ ਕੀਤਾ ਸੀ। ਉਹਨਾਂ ਨੇ ਮੈਨੂੰ 2015 ਚ ਜਦੋਂ ਸ਼ਾਗਿਰਦ ਬਣਾਇਆ ਤੇ ਉਸ ਵੇਲੇ ਕਿਹਾ ਸੀ, ਪੁੱਤਰ ਅਸੀਂ ਕੋਈ ਟਾਈਮ ਆਏਗਾ ਦੱਸਾਂਗੇ ਜਦੋਂ ਤੁਸੀਂ ਗਾਉਣਾ ਹੈ ਜੀ। ਤੇ ਹੁਣ ਪਾਕਿਸਤਾਨ ਤੋਂ ਸੁਨੇਹਾ ਆਇਆ ਤੁਹਾਨੂੰ ਕਿ ਅਸੀਂ ਟੂਰ ਲਾਉਣ ਜਾ ਰਹੇ ਹਾਂ। ਹਾਂਜੀ, ਇਹ ਬੜੀ ਵੱਡਾ ਸੁਭਾਗ ਹੈ, ਕਹਿ ਲਓ ਕਿ ਭਾਗਾਂ ਵਾਲਾ ਟਾਈਮ ਹੈ ਕਿ ਤੁਹਾਨੂੰ ਜਦੋਂ ਤੁਹਾਡਾ ਉਸਤਾਦ ਕਵੇ ਕਿ ਪੁੱਤਰ ਸਾਡੇ ਨਾਲ ਚੱਲ। ਉਹਨਾਂ ਦਾ ਕੈਨੇਡਾ ਟੂਰ ਹੈ, ਓਵਰਆਲ ਕੈਨੇਡਾ ਉਹਨਾਂ ਦੇ ਸ਼ੋਅ ਨੇ, ਤੇ ਉਹਨਾਂ ਨੇ ਕਿਹਾ ਵੀ ਮੇਰਾ ਫਰਜ਼ੰਦ ਵੀ ਮੇਰੇ ਨਾਲ ਪਰਫਾਰਮ ਕਰੇਗਾ। ਤੇ ਇਸ ਵਾਰੀ ਉਹਨਾਂ ਦੇ ਨਾਲ ਮੈਂ ਪੂਰਾ ਪਰਫਾਰਮ ਕਰ ਰਿਹਾ। ਤੇ ਸਾਡੇ ਨਾਲ ਉਸਤਾਦ ਸਾਈਂ ਜ਼ਹੂਰ, ਉਹਨਾਂ ਦੇ ਬੇਟੇ ਸ਼ਰਾਫਤ ਸਾਈਂ, ਤੇ ਨਾਲ ਅਸੀਂ ਹੋਵਾਂਗੇ। ਤੇ ਵਧੀਆ ਟੂਰ ਹੋਣ ਦੇ ਚਾਂਸ ਨੇ। ਬਸ 2-4 ਦਿਨਾਂ 'ਚ ਅਸੀਂ ਜਾਣ ਵਾਲੇ ਹੀ ਹਾਂ। ਬਹੁਤ ਸਾਰੀਆਂ ਦੁਆਵਾਂ ਨੇ ਤੁਹਾਨੂੰ ਉਹਦੇ ਲਈ। ਪਰ ਮੈਂ ਕੁਝ ਸੁਣਨਾ ਜ਼ਰੂਰ ਚਾਹਾਂਗੀ ਇਹਦੇ ਨਾਲ। ਕੁਝ ਵੀ ਆਪਦੀ ਦਾਦੀ ਲਈ ਤੁਸੀਂ ਸਾਨੂੰ ਕੁਝ ਸੁਣਾਉਣਾ ਚਾਹੋਗੇ? ਮੈਂ ਦਾਦੀ ਲਈ ਵੀ ਸੁਣਾਉਣਾ, ਪਰ ਮੈਂ ਚਾਹੁੰਦਾ ਕਿ ਜੇ ਤੁਸੀਂ ਤੁੰਬਾ ਸੁਣਨਾ ਜਾਂ ਇਹਦੇ ਤੇ ਕੁਝ ਸੁਣਨਾ, ਤੇ ਮੈਂ ਉਸਤਾਦ ਦੀ ਕੋਈ ਚੀਜ਼ ਤੁਹਾਨੂੰ ਸੁਣਾਵਾਂ। ਜ਼ਰੂਰ। ਔਖੇ ਪੈਂਡੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ, ਦਰਦ ਜਿਗਰ ਸਖਤ ਸਜ਼ਾਵਾਂ ਇਸ਼ਕ ਦੀਆਂ। ਹਾਏ ਔਖੇ ਪੈਂਡੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ, ਦਰਦ ਜਿਗਰ ਸਖਤ ਸਜ਼ਾਵਾਂ ਇਸ਼ਕ ਦੀਆਂ। ਅੱਲਾ ਅੱਲਾਹੂ ਬਹੁਤ ਖੂਬ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰਾਨਾ। ਬਹੁਤ ਸੋਹਣਾ। ਇਹ ਉਸਤਾਦ ਹੋਣਾ ਦਾ ਕਲਾਮ ਬਾਬਾ ਬੁੱਲਾ ਸ਼ਾਹ ਜੀ ਦਾ, ਜੀ ਜੀ, ਜਿਹੜਾ ਉਹਨਾਂ ਦਾ ਬਹੁਤ ਪੂਰੀ ਦੁਨੀਆ 'ਚ ਮਕਬੂਲ ਹੈ। ਆਪਾਂ ਕਹਿ ਸਕਦੇ ਹਾਂ ਵੀ ਪਰਮਾਤਮਾ ਹੂਬਹੂ ਮਿਹਰਬਾਨ ਹੈ ਤੁਹਾਡੇ ਤੇ। ਸੋ ਬਹੁਤ ਸਰਸਵਤੀ ਆਪਾਂ ਕਹਿੰਦੇ ਗਲੇ 'ਚ ਵਸਦੀ ਹੈ ਸਾਡੇ। ਜੀ ਪਰਮਾਤਮਾ ਦੀ ਇਹ ਸਾਰੀ ਕਿਰਪਾ ਹੈ ਜੀ। ਨਾ ਤਾਂ ਇਹ ਚੀਜ਼ ਮੈਂ ਪਹਿਲਾਂ ਦੱਸਿਆ ਸਿੱਖਿਆ ਨਹੀਂ ਆਉਂਦੀ, ਨਾ ਸਿਖਾਇਆ ਜਾਂਦਾ ਹੈ। ਤੁਹਾਡੇ ਅੰਦਰ ਹੋਵੇ ਤਾਂ ਕਿਸੇ ਦਿਨ ਜ਼ਰੂਰ ਬਾਹਰ ਨਿਕਲਦਾ ਹੈ। ਜਦੋਂ ਤੁਸੀਂ 2015 ਤੋਂ ਪਹਿਲਾਂ ਸ਼ੌਂਕ ਰੱਖਦੇ ਸੀ ਤੇ ਬੜੇ ਲੋਕ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ, ਕਦੀ ਏਦਾਂ ਵੀ ਹੋਇਆ ਵੀ ਫਰਜ਼ੰਦ ਕਿਸੇ ਨੇ ਕਿਹਾ ਵੀ ਲੈ ਬੜੇ ਆਏ ਬੜੇ ਗਏ ਬੜੇ ਸੁਣੇ ਆ, ਕੋਈ ਕੁਛ ਨਹੀਂ ਬਣਦਾ, ਏਦਾਂ ਕੰਮ ਕਰੋ, ਪੈਸੇ ਕਮਾਓ? ਤੁਹਾਡੀ ਗੱਲ ਬੜੀ ਇਹ ਵਧੀਆ ਹੈ, ਔਰ ਇਹ ਸਾਰੀ ਗੱਲ ਜਿਹੜੀ ਹੈ ਹੋਰ ਵੀ ਜਿਹੜੇ ਕੋਈ ਆਰਟਿਸਟ ਸੁਣਨਗੇ ਇੰਟਰਵਿਊ, ਉਹਨਾਂ ਲਈ ਵੀ ਇਹ ਗੱਲ ਬੜੀ ਵਧੀਆ। ਜਦੋਂ ਅਸੀਂ ਕਿਤੇ, ਮੈਂ ਇੰਡੀਆ ਵੀ ਸੂਫੀ ਟਰਾਈ ਕਰਦਾ ਸੀ, ਜਿਸ ਤਰ੍ਹਾਂ ਮੈਂ ਦੱਸਿਆ ਤੁੰਬੀ ਤੋਂ ਤੁੰਬਾ, ਫਿਰ ਤਿੰਨ ਤਾਰਾ ਹੋਇਆ, ਤਾਂ ਟਰਾਈ ਕੀਤਾ ਮੈਂ। ਜਦੋਂ ਵੀ ਜਿੱਥੇ ਵੀ ਗਾਇਆ ਮੈਂ ਇਸ ਤਰ੍ਹਾਂ ਦਾ ਹੀ ਗਾਇਆ। ਤਾਂ ਕਈ ਲੋਕ ਕਹਿ ਦਿੰਦੇ ਸੀ ਯਾਰ ਅੱਜ ਕੱਲ ਜੋ ਚੱਲਦਾ ਹੈ ਨਾ ਉਹ ਟਰਾਈ ਕਰ, ਬੀਟ ਕਰੋ, ਇਹ ਟਰਾਈ ਕਰ ਜੋ ਅੱਜ ਕੱਲ ਚੱਲਦਾ। ਤੇ ਮੈਂ ਕਿਹਾ ਜੋ ਅੱਜ ਕੱਲ ਚੱਲਦਾ ਉਹ ਤਾਂ ਮੈਂ ਕਦੇ ਸੁਣਿਆ ਹੀ ਨਹੀਂ। ਈਵਨ ਆਈ ਡੋਂਟ ਨੋ ਵਾਟਸ ਗੋਇੰਗ ਔਨ, ਮੈਨੂੰ ਨਹੀਂ ਪਤਾ। ਪਰ ਇਹ ਜ਼ਰੂਰ ਹੈ ਕਿ ਤਾਣੀ ਉਲਝੀ ਜ਼ਰੂਰ ਹੈ, ਸੁਲਝਾਉਣੀ ਵੀ ਤਾਸੀ ਹੈ, ਵਿਗੜੀ ਹੈ ਤਸਵੀਰ ਭਾਵੇਂ ਬਣਾਉਣੀ ਵੀ ਤਾਸੀ ਹੈ। ਫਿਰ ਕਿਉਂ ਹੈ, ਜੋ ਚੱਲਦਾ ਅਸੀਂ ਜਿਹੜਾ ਕਰਨਾ ਅਸੀਂ ਕਰਨਾ, ਜਿਹਨੇ ਸਾਨੂੰ ਸੁਣਨਾ ਸੁਣ ਹੀ ਲੈਣਾ। ਬਹੁਤ ਅੱਛੀ। ਔਰ ਇਹ ਸੱਚਾ ਸੁਰ ਹੈ, ਇਹ ਤਾਂ ਰਹਿਣਾ ਹੀ ਹੈ।
ਜੀ ਜਿਹੜਾ ਚੱਲ ਰਿਹਾ ਉਹ ਆਇਆ ਤੇ ਚਲਾ ਗਿਆ, ਇਹ ਕਿੱਥੇ ਜਾਣਾ ਹੈ, ਇਹ ਇਦਾਂ ਹੀ ਨਾਲ ਜਾਏਗਾ ਸਾਡੇ। ਉਹੀ ਕਹਿੰਦੇ ਆ ਵੀ ਜੇ ਕੁਝ ਪਾਣਾ ਹੈ ਤੇ ਜਨੂਨ ਬਹੁਤ ਜ਼ਰੂਰੀ ਹੈ, ਬਿਲਕੁਲ ਲੇਕਿਨ ਜੇ ਟਿਕੇ ਰਹਿਣਾ ਹੈ ਤੇ ਜਨੂਨੀਅਤ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਬਹੁਤ ਅੱਛੀ ਬਣਨਾ ਤਾਂ ਬਹੁਤ ਸੌਖਾ ਹੈ, ਜੀ। ਕਿਸੇ ਜਗ੍ਹਾ ਤੇ ਤੁਸੀਂ ਬਣ ਜਾਂਦੇ ਹੋ, ਉੱਥੇ ਰਹਿਣਾ ਬਹੁਤ ਜ਼ਿਆਦਾ ਔਖਾ। ਬੜੇ ਹਿੰਮਤੀ ਹੋ ਤੁਸੀਂ। ਔਰ ਇਹ ਸੂਫੀ ਹੈ ਨਾ, ਸੂਫੀਜ਼ਮ ਤਾਂ ਐਸੀ ਚੀਜ਼ ਹੈ ਜੇ ਤੁਸੀਂ ਇਹਨੂੰ ਪੜ੍ਹਦੇ ਹੋ ਤਾਂ ਇਹ ਤਾਂ ਬਹੁਤ ਤਲਵਾਰ ਦੀ ਤਿੱਖੀ ਧਾਰ ਹੈ, ਉਹਦੇ ਉੱਤੇ ਨੱਚਣਾ ਹੈ ਤੁਸੀਂ ਜੀ, ਜੇ ਤੁਸੀਂ ਨੱਚ ਸਕਦੇ ਹੋ। ਮੈਂ ਤਾਂ ਹੀ ਹੁਣ ਵੀ ਕਹਿ ਕੇ ਹਟੀ ਵੀ ਬੜੇ ਹਿੰਮਤੀ ਹੋ ਤੁਸੀਂ ਹਾਂ ਕਿ ਜੋ ਮਤਲਬ ਕਿਉਂਕਿ ਸਾਡੀ ਇੰਡਸਟਰੀ ਕਿਸੇ ਹੋਰ ਟਰੈਕ ਤੇ ਹੈ, ਜ਼ਿਆਦਾ ਕਮਰਸ਼ੀਅਲਾਈਜੇਸ਼ਨ ਬਹੁਤ ਹੋ ਚੁੱਕੀ ਹੈ। ਸੂਫੀ ਗਾਇਕ ਹੈ ਤੇ ਬਹੁਤ ਇੱਜ਼ਤਯੋਗ ਨੇ, ਬਹੁਤ ਰਿਸਪੈਕਟਫੁਲ ਨੇ, ਬਹੁਤ ਅੱਛਾ ਕਰ ਰਹੇ ਨੇ ਸਾਰੇ, ਅੱਛਾ ਹੀ ਕਰ ਰਹੇ ਨੇ। ਬਟ ਉਹੀ ਗੱਲ ਹੈ ਵੀ ਸੂਫੀ ਦੀ ਹਜੇ ਜਿਹੜੀ ਪਰਸੈਂਟੇਜ ਹੈ ਜਾਂ ਰੇਸ਼ੀਓ ਹੈ ਉਹ ਬੜੀ ਘੱਟ ਹੈ ਤੇ ਸੁਣਨ ਵਾਲੀ ਦੀ ਉਹ ਤੋਂ ਵੀ ਘੱਟ ਹੈ। ਬਿਲਕੁਲ, ਮੈਂ ਕਹਿੰਦਾ ਕਿ ਸੂਫੀ 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 ਸਾਰੇ ਪਾਈ ਜਾਂਦੇ, ਰੌਲਾ ਪਤਾ ਕਿਸੇ ਨੂੰ ਨਾ ਸੂਫੀ ਚੀਜ਼ ਹੁੰਦੀ ਕੀ ਹੈ। ਕੀ ਬਾਤ। ਰਾਗੀਆਂ ਦਾ ਰਾਗ ਸੂਫੀ, ਸਾਜ਼ੀਆਂ ਦਾ ਸਾਜ਼ ਸੂਫੀ, ਗਾਉਣ ਵਾਲੜੇ ਦੀ ਆਵਾਜ਼ ਸੂਫੀ, ਲਾਉਂਦੀ ਡਾਢਾ ਜੀ ਹੈ, ਪਰ ਪਤਾ ਕਿਸੇ ਨੂੰ ਨਾ ਸੂਫੀ ਚੀਜ਼ ਹੁੰਦੀ ਕੀ ਹੈ। ਕੀ ਬਾਤ। ਵੀ ਸੂਫੀ ਗਾ ਲੈਣਾ ਜਾਂ ਸੂਫੀ ਕਲਾਮ ਪੜ੍ਹ ਲੈਣਾ ਸੂਫੀ ਨਹੀਂ ਹੈ, ਇਹ ਤਾਂ ਲੱਗੀ ਦੀ ਗੱਲ ਹੈ। ਜੀ ਬਿਲਕੁਲ ਸਹੀ ਗੱਲ ਹੈ। ਸੋ ਫਾਦਰ ਸਾਹਿਬ ਦੀ ਇੱਛਾ ਸੀ ਸਦੀਕ ਸਾਹਿਬ ਨੂੰ ਤੁਸੀਂ ਆਪਦਾ। ਹਾਂਜੀ, ਉਹਨਾਂ ਨੂੰ ਅਸੀਂ ਬਚਪਨ 'ਚ 1-2 ਵਾਰ ਮਿਲੇ ਆ ਤਾਂ ਬਹੁਤ ਮੈਂ ਛੋਟਾ ਸੀ ਉਸ ਵੇਲੇ, ਤਾਂ ਬਸ ਉਹ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਜਿਵੇਂ ਜਿਵੇਂ ਮੈਂ ਵੱਡਾ ਹੋਇਆ ਵੀ ਇਹਦਾ ਜਿਹੜਾ ਇੰਟਰਸਟ ਹੈ ਇੱਧਰ ਹੀ ਹੈ, ਫਿਰ ਉਹਨਾਂ ਨੇ ਮੈਨੂੰ ਇਹਦੇ 'ਚ ਹੀ ਬਹੁਤ ਹੱਲਾਸ਼ੇਰੀ ਦਿੱਤੀ ਬਹੁਤ। ਕਿਉਂਕਿ ਤੁਸੀਂ ਇੰਦੀ ਵੀਰੇ ਨਾਲ ਹੁਣ ਹਾਂਜੀ, ਉਹ ਵੀ ਬੜਾ ਉਹਨਾਂ ਦੀ ਫੈਮਿਲੀ ਮੈਂਬਰ ਬਣ ਗਏ ਹੋ ਤੁਸੀਂ। ਇੰਟਰਸਟਿੰਗ ਉਹ ਵੀ ਹੋਇਆ ਬਹੁਤ, ਜਿੱਦਾਂ ਕਹਿ ਲਓ ਕਿ ਪਰਮਾਤਮਾ ਨੇ ਕਈ ਵਾਰੀ ਤੁਹਾਨੂੰ ਕੋਈ ਚੀਜ਼ ਆਪ ਨੇੜੇ ਹੋ ਕੇ ਦੇਣੀ ਹੁੰਦੀ, ਉਹ ਇਸ ਤਰ੍ਹਾਂ ਹੀ ਹੋਇਆ। ਮੇਰਾ ਤਾਂ ਕੁਛ ਇਸ ਤਰ੍ਹਾਂ ਕਦੇ ਹੋਇਆ ਹੀ ਨਹੀਂ ਕਿ ਮੈਂ ਕਮਰਸ਼ੀਅਲ ਬਹੁਤ ਵੱਡੇ ਲੈਵਲ ਤੇ ਗਾਉਣਾ ਆ ਜਾਂ ਮੈਂ ਕੋਈ ਵੱਡੇ ਗਾਣੇ ਰਿਕਾਰਡ ਕਰਨੇ। ਜਿਹੜੇ ਲੀਕ ਤੇ ਤੁਸੀਂ ਤੁਰੇ ਹੋਏ ਹੋ ਉਧਰ ਹੀ ਹੋ। ਉਹ ਚੀਜ਼ ਭੁੱਖ ਨਹੀਂ ਹੈਗੀ, ਇਹਦੇ ਲਈ ਪੈਸਾ ਭੁੱਖ ਨਹੀਂ ਹੈ। ਹੁਣ ਮੇਰੇ ਵਰਗਾ ਪਰਮਾਤਮਾ ਨੇ ਦਿੱਤਾ, ਕੈਨੇਡਾ ਰਹਿੰਦੇ ਆ, ਮੈਂ ਉੱਥੋਂ ਦਾ ਪਰਮਾਨੈਂਟ ਰੈਜ਼ੀਡੈਂਸ ਆ, ਤਕਰੀਬਨ ਸਾਡੀ 95% ਸਾਡੀ ਫੈਮਿਲੀ ਉੱਧਰ ਹੀ ਹੈ। ਤੇ ਪਰ ਮੇਰੇ ਵਰਗਾ ਉਧਰੋਂ ਵੀ ਭੱਜ ਆਉਂਦਾ ਵੀ ਬਸ ਵੀ ਠੀਕ ਹੈ ਯਾਰ, ਤੁੰਬਾ ਹੀ ਚਾਹੀਦਾ ਮੈਨੂੰ, ਤਾਂ ਹੋਰ ਕੁਝ ਨਹੀਂ ਚਾਹੀਦਾ। ਤਾਂ ਉਹ ਇਸ ਤਰ੍ਹਾਂ ਹੈ ਵੀ ਕਦੇ ਸੋਚਿਆ ਨਹੀਂ ਸੀ ਵੱਡਾ ਕੰਮ ਕਰਨ ਦੀ। ਇਹ ਪਰਮਾਤਮਾ ਨੇ ਜਦੋਂ ਕਿਤੇ ਇੰਦੀ ਹੋਣਾ ਨੂੰ ਮੇਰਾ ਕਿਤੇ ਤੁੰਬਾ ਵੀਡੀਓ ਕਿਤੇ ਮਿਲ ਗਿਆ, ਉਹਨਾਂ ਨੇ ਕਿਸੇ ਤਰੀਕੇ ਨਾਲ ਰਾਬਤਾ ਕਰ ਲਿਆ ਔਰ ਉਹ ਬੜੇ ਵਧੀਆ ਨੇ। ਗੱਲ ਉਹ ਹੈ ਕਿ ਜਿਹੜਾ ਤੁਹਾਡਾ ਕੋਈ ਕਦਰ ਕਰੇ ਨਾ ਤੁਹਾਡੀ ਚੀਜ਼ ਦੀ। ਜਿਹੜੇ ਲੋਕ ਮੈਨੂੰ ਕਹਿੰਦੇ ਸੀ ਤੁੰਬਾ ਕਿਹਨੇ ਸੁਣਨਾ, ਵੀ ਕੋਈ ਹੋਰ ਚੀਜ਼ ਟਰਾਈ ਕਰ ਲਾ, ਉੱਥੇ ਹੀ ਮੈਨੂੰ ਇੰਦੀ ਵੀਰਾ ਉਹ ਮਿਲਿਆ ਕਿ ਜਿਹੜਾ ਕਹਿੰਦਾ ਵੀ ਫਰਜ਼ੰਦ ਤੁਹਾਡਾ ਤੁੰਬਾ ਹੀ ਦੁਨੀਆ 'ਚ ਵਜਾਉਣਾ ਆ ਆਪਾਂ, ਇਹ ਤੁੰਬਾ ਤੁਹਾਡਾ ਪੂਰੀ ਦੁਨੀਆ 'ਚ ਜਾਏਗਾ। ਤੇ ਮੈਂ ਕਿਹਾ ਜਦੋਂ ਤੁਸੀਂ ਇੰਨੀ ਦਾਤ ਦੇਤੀ, ਤੁਹਾਨੂੰ ਇੰਨਾ ਇਹਦੇ ਤੇ ਕੌਨਫੀਡੈਂਸ ਹੈ ਵੀ ਇਹ ਤੁੰਬਾ ਜਾਏਗਾ, ਤੇ ਬਸ ਫਿਰ ਉਹ ਇਸ ਤਰ੍ਹਾਂ ਗੱਲ ਹੋਈ, 1-2 ਮੁਲਾਕਾਤਾਂ ਹੋਈਆਂ, ਫਿਰ ਮੈਂ ਇੰਡੀਆ ਆ ਗਿਆ, ਇੱਥੇ ਆ ਕੇ ਮਿਲੇ 3-4 ਵਾਰੀ, ਤੇ ਬਸ ਉਹਨਾਂ ਨੇ ਕਿਹਾ ਵੀ ਅਸੀਂ ਕਰਨਾ ਹੈ ਤੁਹਾਡੇ ਨਾਲ ਕੰਮ, ਤੇ ਅਸੀਂ ਵੀ ਕਿਹਾ ਜੇ ਤੁਹਾਨੂੰ ਸਾਡਾ ਤੁੰਬਾ ਇੰਨਾ ਪਸੰਦ ਆਇਆ ਤੇ ਕੋਈ ਗੱਲ ਨਹੀਂ, ਅਸੀਂ ਵੀ ਤਿਆਰ ਹਾਂ। ਫਿਰ ਨਹੀਂ, ਬਹੁਤ ਅੱਛੀ ਗੱਲ ਹੈ। ਮੈਨੂੰ ਲੱਗਦਾ ਕਿ ਜਦੋਂ ਸਾਥ ਮਿਲ ਜਾਂਦਾ ਨਾ ਤੇ ਹਿੰਮਤ ਤੇ ਹੌਸਲਾ ਹੋਰ ਜ਼ਿਆਦਾ ਇਨਸਾਨ ਦਾ ਜਿਹੜਾ ਬੁਲੰਦੀਆਂ ਤੱਕ ਪਹੁੰਚ ਜਾਂਦਾ ਹੈ। ਸੋ ਕੈਨੇਡਾ ਰਹਿ ਕੇ ਆਏ ਹੋ, ਬੜਾ ਔਖਾ ਚੰਗਾ ਟਾਈਮ ਵੀ ਹੰਡਾਇਆ ਹੈ ਤੁਸੀਂ, ਹੈ ਨਾ? ਤੇ ਪਰਦੇਸੀਆਂ ਲਈ ਕੁਝ ਸੁਣਾ ਦਿਓ। ਇਹ ਵੀ ਗੱਲ ਤੁਹਾਡੀ ਵਧੀਆ। ਪਰਦੇਸੀਆਂ ਦਾ ਤਾਂ ਇਹ ਹੈ ਵੀ ਕਹਾਣੀ ਜਿਹੜੀ ਪਰਦੇਸੀਆਂ ਦੀ ਔਖੀ ਹੈ, ਲੋਕਾਂ ਨੇ ਸੌਖੀ ਲਿਖ ਲਈ ਹੈ, ਲਿਖਣੀ ਆਪ ਪੈਂਦੀ ਹੈ। ਉਹ ਔਖੇ ਤੋਂ ਹੋ ਕੇ ਸੌਖਾ। ਜਦੋਂ ਮੈਂ ਉੱਥੇ ਹੁਣ ਸਟਰਗਲ ਟਾਈਮ ਦੇਖਿਆ ਪਹਿਲੇ 3-4 ਸਾਲ, ਤਾਂ ਜਿੱਦਾਂ ਕਹਿੰਦੇ ਕਿ ਉੱਥੇ ਅੱਖਾਂ ਤੇ ਕਾਲੇ ਘੇਰੇ ਤਕਰੀਬਨ ਲੋਕਾਂ ਦੇ ਆ ਜਾਂਦੇ ਨੇ। ਤੁਹਾਡੀ ਡਾਈਟ ਵਧੀਆ ਨਹੀਂ ਹੁੰਦੀ, ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ, ਤੁਹਾਡੇ ਕੋਲੇ ਪੈਸਾ ਓਨਾ ਨਹੀਂ ਹੁੰਦਾ, ਪਰ ਤੁਹਾਡੀ ਜਿਹੜੀ ਪਿੱਛੇ ਪਰਿਵਾਰ ਨੇ ਉਹ ਇੰਤਜ਼ਾਰ ਕਰ ਰਹੇ ਹੁੰਦੇ ਕਿ ਸਾਡਾ ਬੱਚਾ ਬਹੁਤ ਪੈਸੇ ਕਮਾ ਰਿਹਾ ਹੈ, ਤਾਂ ਜਾਂ ਉਹਨਾਂ ਨੇ ਤੁਹਾਨੂੰ ਕਰਜ਼ਾ ਚੁੱਕ ਕੇ ਕਿਸੇ ਤਰੀਕੇ ਭੇਜਿਆ ਹੁੰਦਾ, ਜਾਂ ਅੱਜ ਕੱਲ੍ਹ ਜਿਵੇਂ ਵਿਦਿਆਰਥੀ ਜਾ ਰਹੇ ਨੇ, ਤੇ ਉਹ ਇਸ ਤਰ੍ਹਾਂ ਦੀ ਜਦੋਂ ਤੁਸੀਂ ਜ਼ਿੰਦਗੀ 'ਚੋਂ ਲੰਘਦੇ ਹੁੰਦੇ ਹੋ ਤਾਂ ਜਿਹੜਾ ਸ਼ਾਇਰ ਬੰਦਾ ਹੁੰਦਾ ਹੈ ਜਾਂ ਜਿਹੜਾ ਕਲਾਕਾਰ ਬੰਦਾ ਹੁੰਦਾ ਹੈ, ਉਹ ਆਪਣੇ ਦੁੱਖ ਜਾਂ ਆਪਣੀਆਂ ਜਿਹੜੀਆਂ ਚੀਜ਼ਾਂ ਉਹਦੇ ਦਿਮਾਗ 'ਚ ਚੱਲ ਰਹੀਆਂ ਹੁੰਦੀਆਂ, ਜਾਂ ਤਾਂ ਉਹ ਗਾ ਕੇ ਕੱਢ ਲੈਂਦਾ ਜਾਂ ਲਿਖ ਕੇ ਕੱਢ ਲੈਂਦਾ। ਤੇ ਤੁਸੀਂ ਹੁਣ ਪਰਦੇਸੀਆਂ ਦੀ ਗੱਲ ਕੀਤੀ ਹੈ, ਤਾਂ ਸਟਰਗਲ ਲਾਈਫ ਦਾ ਇੱਕ ਮੈਂ ਗੀਤ ਲਿਖਿਆ ਸੀ, ਤੇ ਜੇ ਤੁਸੀਂ ਕਹਿੰਦੇ ਤਾਂ ਮੈਂ ਉਹਦੀਆਂ 2 ਲਾਈਨਾਂ ਪਰਦੇਸੀਆਂ ਤੇ ਸੁਣਾ ਦੇਣਾ। ਬਿਲਕੁਲ, ਮੈਂ ਥੋੜੀ ਕਹਿਣਾ, ਮੈਂ ਤਾਂ ਸੁਣਨ ਲਈ ਬੈਠੀ ਹਾਂ। ਜ਼ਰੂਰ, ਮੈਂ ਟਰਾਈ ਕਰਦਾ ਜੀ। ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ, ਓਯੋ ਰਹਿ ਗਏ ਪੱਕੇ ਲੈ ਲੈ ਵਤਨੀ ਜੋ ਸੁੱਖ। ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ,
ਉਹੀਓ ਰਹਿ ਗਏ ਪੱਕੇ ਲੈ ਲੈ ਵਤਨੀ ਜੋ ਸੁੱਖ ਟਾਈਮ ਨਾਲ ਕੰਮਾਂ ਉੱਤੇ ਜਾਣਾ ਪੈਂਦਾ ਏ ਵੀ ਕਦੇ ਕਦੇ ਗੱਡੀ ਵਿੱਚ ਖਾਣਾ ਪੈਂਦਾ ਏ ਟਾਈਮ ਨਾਲ ਕੰਮਾਂ ਉੱਤੇ ਜਾਣਾ ਪੈਂਦਾ ਏ ਵੀ ਕਦੇ ਕਦੇ ਗੱਡੀ ਵਿੱਚ ਖਾਣਾ ਪੈਂਦਾ ਏ ਕਈ ਵਾਰੀ ਇਸੇ ਤਰ੍ਹਾਂ ਕਈ ਵਾਰੀ ਇਸੇ ਤਰ੍ਹਾਂ ਕਈ ਵਾਰੀ ਇਸੇ ਤਰ੍ਹਾਂ ਮਰ ਜਾਂਦੀ ਭੁੱਖ ਮੈਂ ਕਿਹਾ ਹੋਈਓ ਰਹਿ ਗਏ ਪੱਕੇ ਲੈ ਲੈ ਵਤਨੀ ਜੋ ਸੁੱਖ ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ ਝੁੰਡੀ ਵਾਲੇ ਯਾਰ ਰਿਸ਼ਤੇਦਾਰ ਛੱਡੇ ਗਏ ਹੁੰਦਾ ਵੀ ਨਹੀਂ ਫੋਨ ਸਭ ਦਿਲੋਂ ਕੱਢੇ ਗਏ ਅੱਖ ਨੇ ਕੈਨੇਡਾ ਜਾ ਕੇ ਅੱਖ ਨੇ ਕੈਨੇਡਾ ਜਾ ਕੇ ਅੱਖ ਨੇ ਕੈਨੇਡਾ ਜਾ ਕੇ ਕਿੱਥੇ ਗਏ ਆ ਲੋਕ ਮੈਂ ਕਿਹਾ ਹੋਈਓ ਰਹਿ ਗਏ ਪੱਕੇ ਲੈ ਲੈ ਵਤਨੀ ਜੋ ਸੁੱਖ ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ ਹਾਂ ਥੈਂਕ ਯੂ ਕੀ ਬਾਤ ਹੈ ਬਹੁਤ ਖੂਬ ਬਹੁਤ ਸੋਹਣਾ ਲਿਖਿਆ ਤੁਸੀਂ ਇਹਦੇ ਚੰਤਰੇ ਬਹੁਤ ਅੱਛੇ ਨੇ ਕਿ ਬੱਚਿਆਂ ਨੂੰ ਇੱਥੇ ਝਿੜਕ ਨਹੀਂ ਸਕਦੇ 911 ਕਰਦੇ ਰਤਾ ਨਹੀਂ ਹੋ ਜਕਦੇ ਦੁਖੀ ਹੋਏ ਮਾਪੇ ਬਸ ਕਰ ਜਣ ਚੁੱਪ ਉਹੀਓ ਰਹਿ ਗਏ ਪੱਕੇ ਲੈ ਲੈ ਵਤਨੀ ਜੋ ਸੁੱਖ ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ ਇੱਕ ਹੋਰ ਬੜੀ ਖਾਸ ਗੱਲ ਹੈ ਕਿ ਘਰਾਂ ਦੀ ਇਹ ਮੋਰਗੇਜ ਅੱਜ ਕੱਲ ਉੱਥੇ ਵੱਡੇ ਵੱਡੇ ਲੋਨ ਨੇ ਸਭ ਨੂੰ ਪਤਾ ਵੀ ਘਰਾਂ ਦਾ ਕੰਮ ਇਦਾਂ ਦਾ ਹੈ ਪ੍ਰੋਪਰਟੀ ਬਹੁਤ ਉਹ ਉਸ ਤਰ੍ਹਾਂ ਡਾਊਨਫਾਲ ਆਇਆ ਹੋਇਆ ਹੈ ਅੱਜ ਦੀ ਸਿਚੁਏਸ਼ਨ ਇਹ ਹੈ ਕਿ ਘਰਾਂ ਦੀ ਇਹ ਮੋਰਗੇਜ ਗੱਡੀ ਦੀਆਂ ਕਿਸ਼ਤਾਂ ਇੰਡੀਆ 'ਚ ਬੈਠੇ ਲੋਕੀ ਕਰੀ ਜਾਂਦੇ ਸਿਫਤਾਂ ਇੱਥੇ ਤਾਂ ਕਰਜ਼ਾ ਹੀ ਲਾਉਂਦਾ ਜਾਵੇ ਮੁੱਖ ਉਹੀਓ ਰਹਿ ਗਏ ਪੱਕੇ ਲੈ ਲੈ ਵਤਨੀ ਜੋ ਸੁੱਖ ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ ਇੱਕ ਬੜੀ ਚਾਹ ਦੀ ਗੱਲ ਸੀ ਜਦੋਂ ਅਸੀਂ ਕੈਨੇਡਾ ਜਾਣਾ ਹੁੰਦਾ ਤੇ ਹਰ ਬੰਦਾ ਇਹੀ ਸੋਚਦਾ ਕਿ ਸੋਚਿਆ ਅਸੀਂ ਕਦੇ ਵੀ ਕੈਨੇਡਾ ਜਾਵਾਂਗੇ ਸੈਲਫੀਆਂ ਜਿਹੀਆਂ ਖਿੱਚ ਫੇਸਬੁੱਕ ਪਾਵਾਂਗੇ ਪਰ ਇੱਥੇ ਤਾਂ ਫਾਰਮਾਂ 'ਚ ਸਾੜ ਦਿੰਦੀ ਧੁੱਪ ਉਹੀਓ ਰਹਿ ਗਏ ਪੱਕੇ ਲੈ ਲੈ ਵਤਨੀ ਜੋ ਸੁੱਖ ਪਰਦੇਸੀਆਂ ਦੇ ਦੁੱਖ ਪਰਦੇਸੀ ਕੋਲੋਂ ਪੁੱਛ ਕਿੰਨੇ ਕੰਮ ਤੁਸੀਂ ਖੁਦ ਵੀ ਕੀਤੇ ਵੈਸੇ ਕੈਨੇਡਾ 'ਚ ਇਹ ਵੀ ਕਹਾਣੀ ਬੜੀ ਲੰਬੀ ਹੈ ਮੈਂ ਤਕਰੀਬਨ ਮੈਨੂੰ ਨਹੀਂ ਲੱਗਦਾ ਮੈਂ ਕੋਈ ਕੰਮ ਛੱਡਿਆ ਹੋਵੇਗਾ ਅੱਛਾ ਹਾਂ ਮੈਂ ਸਾਰੇ ਕੰਮ ਕੀਤੇ ਨੇ ਚੰਗੇ ਮਾੜੇ ਲੇਬਰ ਜੌਬ ਵੀ ਕੀਤੀ ਹੈ ਪਰ ਜ਼ਿਆਦਾ ਮੈਂ ਜਿਹੜਾ ਕੰਮ ਕੀਤਾ ਆ ਮੈਂ ਕਿਚਨ 'ਚ ਕੰਮ ਕੀਤਾ ਮੈਂ ਉੱਥੇ ਵੀ ਇੱਕ ਉਸਤਾਦ ਬਣਾਏ ਆਪਣੇ ਕਰੂ ਵੇਲਨ ਜੀ ਸਾਡੇ ਸਾਊਥ ਇੰਡੀਅਨ ਨੇ ਤੇ ਫਿਰ ਉਹਨਾਂ ਨੇ ਮੈਨੂੰ ਬੇਕਰੀ ਦਾ ਕੰਮ ਸਿਖਾਇਆ ਅੱਛਾ ਮੈਂ ਕਿਹਾ ਘਰੇ ਇਡਲੀ ਡੋਸੇ ਨਾਓ ਅ ਡੇਜ਼ ਮਤਲਬ ਤੁਸੀਂ ਇਹ ਕਹਿ ਲਓ ਕਿ ਆਪਦੇ ਮੂੰਹੋਂ ਕਹਿਣ ਵਾਲੀ ਗੱਲ ਹੁੰਦੀ ਹੈ ਕਿ ਕੇਕ ਦਾ ਮੈਂ ਕਿੰਗ ਹਾਂ ਮੈਂ ਆਰਟਿਸਟਿਕ ਕੇਕ ਬਣਾਉਣਾ ਅੱਛਾ ਮੈਂ ਐਕਚੁਅਲੀ ਮੇਰਾ ਜਿਹੜਾ ਬੈਕਗ੍ਰਾਉਂਡ ਹੈ ਤੁਹਾਨੂੰ ਨਹੀਂ ਪਤਾ ਸ਼ਾਇਦ ਤੁਸੀਂ ਉਸ ਤਰ੍ਹਾਂ ਮੈਨੂੰ ਪੁੱਛ ਲੈਂਦੇ ਤਾਂ ਮੈਂ ਦੱਸ ਦਿੰਦਾ ਮੇਰੀ ਡਰਾਇੰਗ ਐਂਡ ਪੇਂਟਿੰਗ ਬਹੁਤ ਸੋਹਣੀ ਹੈ ਓਕੇ ਮੇਰੇ ਘਰ ਆਪਣੀਆਂ ਹੀ ਤਸਵੀਰਾਂ ਬਣੀਆਂ ਲੱਗੀਆਂ ਹੋਈਆਂ ਨੇ ਤੋ ਜਦੋਂ ਤੁਹਾਡੇ ਚ ਆਰਟ ਹੋਵੇ ਤਾਂ ਕੇਕ ਵੀ ਇੱਕ ਆਰਟ ਹੀ ਹੈ ਰਾਈਟ ਤੇ ਮੈਂ ਬੜੇ ਆਰਟਿਸਟਿਕ ਜੇ ਕੇਕ ਬਣਾਉਣਾ ਹੁਣ ਸਾਡਾ ਇੱਕ ਸਿਡਨੀ ਕੇਕ ਆਰਟ ਸਟੂਡੀਓ ਮੈਂ ਮੇਰੀ ਗੱਲ ਸੁਣ ਤੁਸੀਂ ਕਹਿੰਦੇ ਵੀ ਤੁਸੀਂ ਪੁੱਛਦੇ ਤੇ ਮੈਂ ਤੁਹਾਨੂੰ ਦੱਸਦਾ ਤੁਹਾਡਾ ਫਰਜ਼ ਨਹੀਂ ਬਣਦਾ ਤੁਸੀਂ ਬਣਾ ਕੇ ਲੈ ਕੇ ਆਂਦੇ ਫਿਰ ਮੈਂ ਪੁੱਛਦੀ ਕਿ ਮੈਨੂੰ ਲੱਗਦਾ ਹੁਣ ਸਾਡਾ ਇਹ ਇਸ ਤਰ੍ਹਾਂ ਦਾ ਸਾਡਾ ਕਿਤੇ ਨਾ ਕਿਤੇ ਚੱਲਦਾ ਹੀ ਰਹੇਗਾ ਤੇ ਤੁਹਾਨੂੰ ਜ਼ਰੂਰ ਮੈਂ ਆਪਦੇ ਹੱਥ ਦਾ ਕੇਕ ਖਵਾਵਾਂਗਾ ਠੀਕ ਹੈ ਤੇ ਨਹੀਂ ਤੁਸੀਂ ਕਿਹਾ ਵੀ ਉਹ ਸਾਊਥ ਇੰਡੀਅਨ ਸੀ ਤੇ ਇਡਲੀ ਡੋਸਾ ਨਹੀਂ ਸਿੱਖਿਆ ਨਹੀਂ ਉਹਨਾਂ ਤੋਂ ਨਹੀਂ ਕਿਉਂਕਿ ਉਹ ਸ਼ੈਫ ਸੀਗੇ ਬੇਕਰ ਸੀਗੇ ਉਹ ਮੇਰੇ ਵਾਸਤੇ ਇਡਲੀ ਡੋਸਾ ਆਪਦੇ ਘਰੋਂ ਲੰਚ ਟਾਈਮ ਵਿੱਚ ਬਣਾ ਕੇ ਲੈ ਕੇ ਆਉਂਦੇ ਸੀ ਉਹਨਾਂ ਦੀ ਬਹੁਤ ਸਪੈਸ਼ਲਿਟੀ ਹੈ ਉਹਨਾਂ ਦੀ ਪਰ ਉਹਨਾਂ ਨੇ ਜ਼ਿਆਦਾ ਮੈਨੂੰ ਬੇਕਰੀ ਵਾਲਾ ਜਿਹੜਾ ਮੈਂ ਜਦੋਂ ਸਿੱਖਿਆ ਤਾਂ ਮੈਂ ਉਹਨਾਂ ਦੀ ਵੀ ਬਹੁਤ ਸੇਵਾ ਕੀਤੀ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਸਾਈਂ ਉਹਨਾਂ ਦਾ ਬਹੁਤ ਮੁਰੀਦ ਹੋਇਆ ਤਾਂ ਮੈਂ ਉਹਨਾਂ ਦੀ ਵੀ ਬਹੁਤ ਸੇਵਾ ਕੀਤੀ ਉਹਨਾਂ ਨੂੰ ਉਹਨਾਂ ਦਿਨਾਂ 'ਚ ਸ਼ੂਗਰ ਹੋ ਗਈ ਡਾਇਬਟੀਜ਼ ਹੋ ਗਈ ਤੇ ਮੈਂ ਉਹਨਾਂ ਦੀ ਬਹੁਤ ਸੇਵਾ ਕੀਤੀ ਮੈਂ ਜਾਂਦੇ ਹੀ ਉਹਨਾਂ ਵਾਸਤੇ ਉਹ ਕੁਝ ਚੀਜ਼ਾਂ ਦੇਸੀ ਮੈਂ ਬਣਾ ਕੇ अर्ਲੀ ਮਾਰਨਿੰਗ 'ਚ ਉਹਨਾਂ ਨੂੰ ਮੈਂ ਪਿਆਉਂਦਾ ਰਿਹਾ ਕਿ ਉਸਤਾਦ ਜੀ ਇਹ ਪੀ ਲਓ ਸਾਡੇ ਘਰੇਲੂ ਨੁਸਖੇ ਉੱਥੇ ਅਜ਼ਮਾਏ ਨਹੀਂ ਬਹੁਤ ਅੱਛੀ ਗੱਲ ਹੈ ਜਿਹੜੀ ਧਰਤੀ ਤੇ ਸਟਰਗਲ ਕੀਤੀ ਜਦੋਂ ਤੁਸੀਂ ਕਿਸੇ ਤੋਂ ਗੁਣ ਲੈਣਾ ਹੋਵੇ ਨਾ ਤੁਹਾਨੂੰ ਮੈਂ ਗੱਲ ਕੀਤੀ ਸੀ ਸਿੱਖਣ ਵਾਲਾ ਬੰਦਾ ਚਾਹੀਦਾ ਹੈ ਹਾਂ ਕਿ ਤੂੰ ਵੀ ਸਿੱਖ ਸਕਦਾ ਸੋ ਮੈਨੂੰ ਬੜਾ ਅੱਛਾ ਖੁਦ ਨੂੰ ਹੀ ਫੀਲ ਹੋ ਰਿਹਾ ਤੁਸੀਂ ਕਿੰਨਾ ਅੱਛਾ ਮਹਿਸੂਸ ਕਰ ਰਹੇ ਹੋਵੋਗੇ ਕਿ ਜਿੱਥੇ ਸਟਰਗਲ ਕੀਤਾ ਹੈ ਜਿੱਥੇ ਚੰਗਾ ਮਾੜਾ ਦੌਰ ਹੰਡਾਇਆ ਜਿੱਥੇ ਧੁੱਪਾਂ ਵੀ ਸਹੀਆਂ ਨੇ ਨੇਰੀਆਂ ਵੀ ਸਹੀਆਂ ਨੇ ਸੁੱਖ ਵੀ ਸਿਆ ਤੇ ਉੱਥੇ ਹੀ ਹੁਣ ਧਰਤੀ ਤੇ ਤੁਸੀਂ ਆਪਣਾ ਪਹਿਲਾ ਸ਼ੋਅ ਲਗਾਉਣ ਜਾ ਰਹੇ ਹੋ ਨਹੀਂ ਕੈਨੇਡਾ ਅਸੀਂ ਛੋਟਾ ਮੋਟਾ ਤਾਂ ਗਾਉਂਦੇ ਰਹੇ ਆ ਪਰ ਜੇ ਮੈਂ ਕਹਾਂ ਕਿ ਪ੍ਰੋਫੈਸ਼ਨਲੀ ਇੱਕ ਟੂਰ ਕਰਨ ਜਾ ਰਹੇ ਆ ਉਹ ਵੀ ਇੱਕ ਮੇਰੇ ਜਿਨ੍ਹਾਂ ਦੀ ਮੈਂ ਬਹੁਤ ਜ਼ਿਆਦਾ ਇੱਜ਼ਤ ਕਰਦਾ ਉਸਤਾਦ ਸਾਈਂ ਜ਼ਹੂਰ ਹੋਣਾ ਦੇ ਨਾਲ ਤਾਂ ਇਹ ਵੱਡੀ ਗੱਲ ਹੈ ਵੱਡੇ ਭਾਗ ਨੇ ਬਸ ਇਹਨੂੰ ਮੰਨਣਾ ਚਾਹੀਦਾ ਜਿੰਨਾ ਵੀ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦਾ ਮੈਂ ਉਹੀ ਕਹਿ ਰਹੀ ਹਾਂ ਕਿ ਮੈਨੂੰ ਹੀ ਇੰਨਾ ਵਧੀਆ ਲੱਗ ਰਿਹਾ ਤੁਸੀਂ ਕੀ ਮਹਿਸੂਸ ਕਰ ਰਹੇ ਹੋਵੋਗੇ ਇਸ ਸਮੇਂ ਬਸ ਸੀਰੀਅਸਲੀ ਸਮਝ ਨਹੀਂ ਹੋ ਗਿਆ ਜੀ ਇਹ ਤਾਂ ਉਹ ਗੱਲ ਹੈ ਕਿ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਹੁਣ ਤਾਂ ਮੈਨੂੰ ਉਹ ਦਿਨ ਲੰਘਾ ਰਿਹਾ ਕਿ ਕਿਸ ਦਿਨ ਸਾਡੀ ਫਲਾਈਟ ਹੈ ਕਦੋਂ ਮੈਂ ਉਹਨਾਂ ਨੂੰ ਉੱਥੇ ਜਾ ਕੇ ਮਿਲਣਾ ਹੈ ਤੇ ਫਿਰ ਕਿੰਨੀ ਦੇਰ ਬਾਅਦ ਤੁਹਾਡੀ ਵਾਪਸੀ ਹੈ ਸਾਡਾ 40 ਦਿਨ ਦਾ ਟੂਰ ਹੈ ਉਹ
ਅੱਛਾ, ਹਾਂਜੀ ਅੱਛਾ ਖਾਸਾ ਪਰ ਸਮਾਂ ਬਿਤਾਣਾ ਹੈ ਤੁਸੀਂ। ਹਾਂਜੀ ਮੈਂ ਉਹਨਾਂ ਦੇ ਨਾਲ ਹੀ ਰਵਾਂਗਾ, ਉਹਨਾਂ ਦੀ ਖਿਦਮਤ ਕਰਾਂਗਾ, ਉਹਨਾਂ ਦੀ ਸੇਵਾ ਕਰਾਂਗਾ, ਜਿੰਨਾ ਹੋ ਸਕਿਆ ਉਹਨਾਂ ਦੇ ਪੈਰ ਦਬਾਵਾਂਗਾ, ਤਾਂ ਹੀ ਉਸਤਾਦਾਂ ਦਾ ਕੁਝ ਮਿਲ ਸਕੇਗਾ। ਨਹੀਂ, ਬਹੁਤ ਅੱਛੀ ਗੱਲ ਹੈ ਹਨਾ ਜੇ ਅੱਜ ਕੱਲ ਵੀ ਇਹੋ ਜਿਹੇ ਸਟੂਡੈਂਟਸ ਹੈਗੇ ਨੇ, ਤੇ ਹਾਂ ਮੈਨੂੰ ਲੱਗਦਾ ਟੀਚਰਸ ਦਾ ਮੁੱਲ ਵੀ ਤਾਂ ਹੀ ਹੈ। ਹਾਂਜੀ ਹੈ ਹੀ ਅਸਲ 'ਚ ਜਿਹੜੀ ਸਟੂਡੈਂਟ ਤੇ ਟੀਚਰ ਦਾ ਜਿਹੜਾ ਸਬੰਧ ਹੈ ਉਹ ਹੈ ਹੀ ਇਸ ਤਰ੍ਹਾਂ। ਤੁਹਾਡੇ ਮਾਪਿਆਂ ਤੋਂ ਜਿਹੜੇ ਪਹਿਲਾਂ ਨੇ ਉਹ ਟੀਚਰ ਹੋਣੇ ਚਾਹੀਦੇ ਨੇ। ਸਾਡੇ ਮਾਪਿਆਂ ਨੇ ਸਾਨੂੰ ਇਹ ਸਿਖਾਇਆ ਵੀ ਟੀਚਰ ਪਹਿਲਾਂ, ਜੀ ਤੁਹਾਨੂੰ ਉਹ ਸਿਖਾਉਂਦੇ ਨੇ, ਉਹਨਾਂ ਦੇ ਸਿੱਖੇ ਹੋਏ ਨਾਲ ਤੁਸੀਂ ਜ਼ਿੰਦਗੀ 'ਚ ਕਿਤੇ ਜਾਣਾ ਹੈ। ਜੀ ਤੇ ਘਰੋਂ ਤਾਂ ਠੀਕ ਹੈ, ਘਰਦਿਆਂ ਵੀ ਹਰ ਪੇਰੈਂਟਸ ਬੱਚੇ ਨੂੰ ਅੱਛਾ ਹੀ ਸਿਖਾਉਂਦੇ ਨੇ। ਬਿਲਕੁਲ। ਸੋ ਫਰਜ਼ੰਦ, ਗੱਲਾਂ ਬਾਤਾਂ ਤਾਂ ਮੈਨੂੰ ਲੱਗਦੀ ਹੈ ਹੁਣ ਮੁੱਕਣੀਆਂ ਹੀ ਨਹੀਂ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਡੀ ਜਿਹੜੀ ਸੰਗੀਤਕ ਯਾਤਰਾ ਹੈ ਉਹ ਨਹੀਂ ਮੁੱਕਣ ਵਾਲੀ। ਸੋ ਉਹਦੀ ਵੀ ਸ਼ੁਰੂਆਤ ਹੋਈ ਹੈ, ਗੱਲਾਂ ਬਾਤਾਂ ਦੀ ਵੀ ਸ਼ੁਰੂਆਤ ਹੋਈ ਹੈ। ਸੋ ਤੁਹਾਡੇ ਸੰਗੀਤਕ ਸਫ਼ਰ ਦੇ ਨਾਲ ਨਾਲ ਗੱਲਾਂ ਬਾਤਾਂ ਯਾਨੀ ਕਿ ਇੰਟਰਵਿਊਜ਼ ਵਾਲਾ ਸਿਲਸਿਲਾ ਚੱਲਦਾ ਹੀ ਰਹੇਗਾ। ਤੇ ਬਹੁਤ ਸਾਰੀਆਂ ਦੁਆਵਾਂ ਨੇ। ਪਹਿਲੇ ਤੁਸੀਂ ਸ਼ੋਅ ਲਗਾ ਕੇ ਆਓ, ਤੇ ਮੈਂ ਜ਼ਰੂਰ ਉਸ ਤੋਂ ਬਾਅਦ ਜਾਣਾਂਗੀ ਕਿ ਕਿਸ ਤਰ੍ਹਾਂ ਦਾ ਸ਼ੋਅ ਰਿਹਾ, ਕਿਸ ਤਰ੍ਹਾਂ ਤੁਸੀਂ ਸਮਾਂ ਬਿਤਾਇਆ ਆਪਣਾ। ਮੈਂ ਤੁਹਾਨੂੰ ਜ਼ਰੂਰ ਆ ਕੇ ਵੀ ਮਿਲਾਂਗਾ। ਔਰ ਪਹਿਲਾਂ ਤਾਂ ਮੈਂ ਡਾਢਾ ਮਸ਼ਕੂਰ ਹਾਂ ਕਿ ਤੁਸੀਂ ਸਾਨੂੰ ਅੱਜ ਨਾ ਚੀਜ਼ ਨੂੰ ਟਾਈਮ ਦਿੱਤਾ ਹੈ। ਤੁਹਾਡਾ ਬੜਾ ਕੀਮਤੀ ਟਾਈਮ ਸੀ ਸਾਨੂੰ ਸਟੂਡੀਓ ਬੁਲਾ ਕੇ। ਔਰ ਇੰਦੀ ਭਾਜੀ ਵੱਲੋਂ ਸਪੈਸ਼ਲੀ ਥੈਂਕ ਯੂ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਮੈਂ ਉੱਥੇ ਹੈ ਨਹੀਂ, ਤਾਂ ਮੇਰੇ ਵੱਲੋਂ ਤੁਹਾਡਾ ਸ਼ੁਕਰਾਨਾ ਜ਼ਰੂਰ ਕਰਨਾ। ਔਰ ਇੱਕ ਗੱਲ ਹੋਰ ਹੈ ਕਿ ਜਿਹੜੇ ਹੁਣ ਕੈਨੇਡਾ ਤੋਂ ਹੋ ਸਕਦਾ ਸਾਨੂੰ US ਵੀ ਜਾਣਾ ਪੈ ਜੇ, ਇੰਦੀ ਭਾਜੀ ਤੇ ਲਵਦੀਪ ਬਲਿੰਗ ਭਾਜੀ ਇਹ ਸਾਰੇ ਇੱਕ ਸਾਡਾ US ਟੂਰ ਪਲਾਨ ਕਰ ਰਹੇ ਨੇ, ਤੇ ਮੇਰੇ ਖਿਆਲ ਇੱਕ ਅੱਧੇ ਦਿਨ 'ਚ ਉਹਨਾਂ ਨੇ ਅਨਾਉਂਸ ਕਰ ਦੇਣਾ। ਬਹੁਤ ਅੱਛੀ ਗੱਲ ਹੈ। ਪਰਮਾਤਮਾ ਕਰੇ ਕਿ ਤੁਸੀਂ ਹੋਰ ਬੁਲੰਦੀਆਂ ਨੂੰ ਛੂਵੋ। ਬਾਕੀ ਸਭ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਨਾ ਚੀਜ਼ ਵਾਲੀ, ਮੈਨੂੰ ਇਹ ਲੱਗਦਾ ਕਿ ਪਰਮਾਤਮਾ ਦੀ ਬਣਾਈ ਸਾਰੀ ਕ੍ਰੀਏਸ਼ਨਸ ਹੀ ਬਹੁਤ ਹੀ ਵੈਲਿਊਏਬਲ ਨੇ, ਪ੍ਰਾਈਜ਼ਲੈਸ ਨੇ, ਔਰ ਕਲਾ ਦੀ ਮੈਂ ਦਿਲੋਂ ਕਦਰ ਕਰਦੀ ਹਾਂ। ਸੋ ਤੁਹਾਡੇ ਸੰਗੀਤ ਦੀ, ਸੂਫੀ ਸੰਗੀਤ ਦੀ, ਤੇ ਤੁਹਾਡੀ ਸ਼ਖਸੀਅਤ ਜੋ ਇੱਕਦਮ ਇੱਕ ਫੋਕਸ ਲੈ ਕੇ ਤੁਰੀ ਹੋਈ ਹੈ, ਬਹੁਤ ਡਿਟਰਮਿੰਡ ਹੈ। ਸੋ ਮੈਂ ਉਹਦੇ ਦਿਲੋਂ ਰਿਸਪੈਕਟ ਕਰਦੀ ਹਾਂ, ਤੇ ਬਹੁਤ ਸਾਰੀਆਂ ਤੁਹਾਨੂੰ ਦਿਲੋਂ ਬੈਸਟ ਵਿਸ਼ੇਸ ਨੇ। ਬਹੁਤ ਸ਼ੁਕਰਾਨਾ, ਬਹੁਤ ਮੁਹੱਬਤਾਂ ਜਿੰਨੇ ਵੀ ਵੇਖਣ ਵਾਲੇ ਸੁਣਨ ਵਾਲੇ ਨੇ, ਤੇ ਸਾਰਿਆਂ ਨੂੰ ਸਾਡਾ ਬਹੁਤ ਬਹੁਤ ਪਿਆਰ ਸਤਿਕਾਰ। ਤੇ ਅਸੀਂ ਤਾਂ ਜੇ ਸ਼ੁਰੂ ਹੀ ਕੀਤਾ ਹੈ, ਤੇ ਜੇ ਕਿਤੇ ਸਾਡਾ ਤੁਹਾਨੂੰ 3 ਤਾਰਾ ਕਿਤੇ ਪਸੰਦ ਆ ਜੇ ਤਾਂ ਸਾਡੇ ਲਈ ਦੁਆ ਕਰਨਾ ਬਸ। ਦੁਆ ਬਹੁਤ ਸਾਰੀ ਮਿਲਣ ਵਾਲੀ ਹੈ, ਪਿਆਰ ਵੀ ਬੜਾ ਮਿਲਣ ਵਾਲਾ ਹੈ। ਪਰ ਮੈਂ ਇਸ ਇੰਟਰਵਿਊ ਦੀ ਜਿਹੜੀ ਸਮਾਪਤੀ ਹੈ, ਜਿਹੜਾ ਐਂਡ ਕਰਨਾ ਚਾਹੁੰਦੀ ਹਾਂ, ਉਹ ਮੈਂ ਇਸ 3 ਤਾਰਾ ਦੇ ਨਾਲ ਹੀ ਕਰਨਾ ਚਾਹੁੰਦੀ। ਮੈਂ ਤੁਹਾਨੂੰ ਕੁਝ ਅੱਛੀ ਜਿਹੀ ਚੀਜ਼ ਹੋਰ ਸੁਣਾਉਣਾ। ਜੀ ਸ਼ੋਰ। ਦੇਖੋ ਜੀ, ਜਿੱਥੇ ਵੀ ਕਦੇ ਮੈਂ ਪਰਫਾਰਮ ਕੀਤਾ ਨਾ, ਇੱਕ ਗੱਲ ਜ਼ਿਹਨ 'ਚ ਰਹਿੰਦੀ ਹੈ ਕਿ ਅਸੀਂ ਦੁਨੀਆ ਤੇ ਕਿਤੇ ਵੀ ਤੁਰੇ ਫਿਰਦੇ ਹਾਂ, ਪਰ ਜਿਹੜਾ ਸਾਡਾ ਐਂਡ ਤਾਂ ਕਿਤੇ ਨਾ ਕਿਤੇ ਹੋਣਾ ਹੀ ਹੈ ਨਾ। ਤੇ ਮਿੱਟੀ ਦਾ ਤੂੰ ਮਿੱਟੀ ਹੋਣਾ ਤੇ ਕਾਦੀ ਬੱਲੇ ਬੱਲੇ, ਅੱਜ ਮਿੱਟੀ ਦੇ ਉੱਤੇ ਬੰਦਿਆ ਕੱਲ ਮਿੱਟੀ ਦੇ ਥੱਲੇ। ਮੈਂ ਤੁਹਾਨੂੰ ਕੁਝ ਮਿੱਟੀ ਦੀ ਗੱਲ ਸੁਣਾਉਣਾ। ਕੀ ਬਾਤ ਹੈ। ਹੋ ਸਾਂਭ ਸਾਂਭ ਰੱਖੇ ਜੋ ਸਰੀਰ ਮਿੱਟੀ ਹੋਣਾ ਏ, ਸਾਂਭ ਸਾਂਭ ਰੱਖੇ ਜੋ ਸਰੀਰ ਮਿੱਟੀ ਹੋਣਾ ਏ। ਮਿੱਟੀ ਦੇ ਆਬਾਵਿਆ ਅਖੀਰ ਮਿੱਟੀ ਹੋਣਾ ਏ, ਮਿੱਟੀ ਦੇ ਆਬਾਵਿਆ ਅਖੀਰ ਮਿੱਟੀ ਹੋਣਾ ਏ। ਚਾਰ ਦਿਨਾਂ ਦੀ ਜ਼ਿੰਦਗੀ ਤੇਰੀ, ਕਿਸ ਗੱਲ ਤੋਂ ਤੂੰ ਇਤਰਾਵੇਂ, ਕੀ ਭਰੋਸਾ ਸਾਵਾਂ ਦਾ ਦਮ ਆਵੇ ਜਾਂ ਨਾ ਆਵੇ। ਹੁਕਮ ਨਾ ਆਉਣੀ ਸੋਚ ਤੇਰੀ, ਤਕਰੀਰ ਮਿੱਟੀ ਹੋਣਾ ਏ। ਮਿੱਟੀ ਦੇ ਆਬਾਵਿਆ ਅਖੀਰ ਮਿੱਟੀ ਹੋਣਾ ਏ, ਮਿੱਟੀ ਦੇ ਆਬਾਵਿਆ ਅਖੀਰ ਮਿੱਟੀ ਹੋਣਾ ਏ, ਅਖੀਰ ਮਿੱਟੀ ਹੋਣਾ ਏ, ਅਖੀਰ ਮਿੱਟੀ ਹੋਣਾ ਏ। ਬਹੁਤ ਖੂਬ, ਬਹੁਤ ਸੋਹਣਾ, ਬਹੁਤ ਮੁਹੱਬਤਾਂ ਜੀ। ਜੀ ਮੈਂ ਜ਼ਰੂਰ, ਮੇਰੇ ਮਤਲਬ ਦਿਲੋਂ ਦੁਆ ਹੈ ਕਿ ਤੁਸੀਂ ਇਸ ਸੂਫੀ ਸੁਰਾਂ ਦੇ ਨਾਲ ਸਾਰਿਆਂ ਦੇ ਦਿਲਾਂ ਤੇ ਰਾਜ ਕਰੋ, ਤੇ ਜਿਹੜੇ ਪਿਆਰ ਕਰਨ ਵਾਲਿਆਂ ਦਾ ਬਗੀਚਾ ਹੈ, ਇਹ ਬਾਗ ਬਣਾ ਕੇ ਤੁਸੀਂ ਹੁਣ ਵਾਪਸ ਆਓ। ਮੈਂ ਵੀ ਇਹ ਵਾਅਦਾ ਕਰਦਾ ਜਿੰਨੇ ਕੁ ਜੋਗਾ ਹੈਗਾ। ਇਹ ਅੱਜ ਮੇਰਾ ਪਹਿਲਾ ਇੰਟਰਵਿਊ ਹੈ ਜੀ, ਤੇ ਪਰਮਾਤਮਾ ਕਰੇ ਕਿ ਅਸੀਂ ਫਿਰ ਕਿਤੇ ਇਸ
ਕਿਤੇ ਮਿਲੀਏ ਕਿ ਤੁਸੀਂ ਕਹੋ ਵੀ ਉਸ ਵੇਲੇ ਉਹ ਪਹਿਲਾ ਇੰਟਰਵਿਊ ਸੀ, ਤੇ ਪਰਮਾਤਮਾ ਕਰੇ ਤੁਹਾਡੀ ਜ਼ੁਬਾਨ ਜਿਹੜਾ ਬਾਗ ਹੈ ਬਗੀਚਾ ਬਣ ਜਾਏ। ਥੈਂਕ ਜੀ ਯੂ। ਬਿਲਕੁਲ। ਤੇ ਉਸ ਤੋਂ ਇਲਾਵਾ ਹੁਣ ਮੈਂ ਕੇਕ ਵਾਲੀ ਆਪਣੀ ਕਮਿਟਮੈਂਟ ਰਹਿ ਗਈ ਹੈ, ਪੱਕਾ ਤੇ ਪੱਕਾ। ਦੂਜਾ ਮੈਂ ਜ਼ਰੂਰ ਨੈਕਸਟ ਵਿਜ਼ਿਟ ਤੁਹਾਡੇ ਘਰੇ ਕਰਨਾ ਚਾਹਾਂਗੀ। ਜੇ ਤੁਸੀਂ ਸਾਡੇ ਘਰ ਆ ਗਏ ਤੁਹਾਨੂੰ ਲੱਗੇਗਾ ਕਿ ਮੈਂ ਕਿਸੇ ਸਟੂਡੀਓ 'ਚ ਆ ਗਈ, ਇੱਥੇ ਤੇ ਮੈਂ ਬਹੁਤ ਸਾਰੇ ਆਰਟਿਸਟਾਂ ਦਾ ਸ਼ੂਟ ਕਰ ਸਕਦੀ ਹਾਂ। ਇਸੇ ਲਈ ਮੇਰੀ ਇੱਕ ਕੰਧ ਹੈ ਪੂਰੇ, ਉਹਦੇ ਤੇ ਮੇਰੇ ਹੀ ਸਕੈਚ ਬਣੇ ਹੋਏ ਨੇ ਮੇਰੇ ਹੱਥ ਨਾਲ, ਹੁਣ ਮੈਂ ਸਾਰੇ ਆਰਟਿਸਟਾਂ ਦੇ। ਮੈਂ ਚਾਹਾਂਗੀ ਇਹਨਾਂ ਸਾਰਿਆਂ ਨੂੰ ਅਸੀਂ ਵਿਖਾਈਏ। ਹਾਂ ਸੋ ਜ਼ਰੂਰ। ਤੁਹਾਡਾ ਬੜਾ ਆਰਟਿਸਟਿਕ ਤੁਸੀਂ ਦੱਸਿਆ ਵੀ ਘਰ ਹੈ, ਹਾਂ। ਸੋ ਮੈਂ ਜ਼ਰੂਰ ਦੇਖਣਾ ਪੱਕਾ ਚਾਹਾਂਗੀ। ਪੱਕਾ। ਐਂਡ ਠੀਕ ਹੈ, ਬਹੁਤ ਸਾਰੀ ਕਮਿਟਮੈਂਟਸ ਦੇ ਨਾਲ ਤੇ ਬਹੁਤ ਸਾਰੀ ਬੈਸਟ ਵਿਸ਼ੇਸ ਦੇ ਨਾਲ ਤੁਹਾਨੂੰ ਆਲ ਦਾ ਵੈਰੀ ਬੈਸਟ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ ਤੁਹਾਡਾ। ਸ਼ੁਕਰਾਨਾ। ਤੇ ਬਹੁਤ ਅੱਛਾ ਸੂਫੀਆਨਾ ਜਿਹਾ ਮਾਹੌਲ ਬਣਿਆ ਹੋਇਆ ਸੀ। ਦਿਲ ਨਹੀਂ ਕਰਦਾ ਇਹੋ ਜਿਹੇ ਮਾਹੌਲ 'ਚੋਂ ਉੱਠ ਕੇ ਜਾਣ ਦਾ, ਲੇਕਿਨ ਸਮਾਂ ਕਈ ਵਾਰ ਤੁਹਾਨੂੰ ਬੰਨ ਲੈਂਦਾ ਹੈ ਤੇ ਕਹਿੰਦਾ ਹੈ ਵੀ ਹੋਰ ਅੱਗੇ ਵੱਧ। ਸੋ ਇਹਨਾਂ ਨੇ ਵੀ ਅੱਗੇ ਵਧਣਾ ਹੈ ਕਿਉਂਕਿ ਇਹਨਾਂ ਦਾ ਟੂਰ ਹੈ। ਤੁਹਾਡੀ ਦੁਆਵਾਂ ਦੀ ਬਹੁਤ ਜ਼ਰੂਰਤ ਹੈ। ਸੋ ਆਪਣਾ ਪਿਆਰ ਤੇ ਦੁਆਵਾਂ ਅੱਛੀ ਕਲਾ ਦੇ ਲਈ ਤੇ ਅੱਛੇ ਕਲਾਕਾਰਾਂ ਦੇ ਲਈ ਹਮੇਸ਼ਾ ਇਸੇ ਤਰ੍ਹਾਂ ਬਰਕਰਾਰ ਰੱਖਿਓ। ਬਾਕੀ ਤੁਸੀਂ ਵੇਖਦੇ ਰਹੋ ਸਿਨੇ ਪੰਜਾਬੀ। ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।